देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। दर्द नूं परिभाषित करने लई शायद कोई भी शब्द ढुकवां नहीं होंदा। नवरीत सिंह यूपी तो जी 26 तरीक वाले दिन किसान अंदोलन की भेंट हो जाता। जी अज उहदी अंतिम अरदास सी हाँ। और सैकड़ियां की तादाद दे विच पोलीटिकल लोग ते आम जन सधारण उहदी अंतिम अरदास च शामिल होए। हुए ने। सरदार हरदीप सिंह डिबडिबा जिन्हां दा पोतरा सी, बिल्कुल ਸਾਡੇ ਨਾਲ ਸ਼ਬਦ ਸਾਂਝ ਸੀਗੇ। ਜੀ ਮੈਨੂੰ ਬੜੀ ਵਾਰੀ ਉਹਨਾਂ ਨਾਲ ਗੱਲ ਕਰਕੇ ਤਸੱਲੀ ਮਿਲਦੀ ਸੀ। ਕਾਫੀ ਕਿਤਾਬਾਂ ਲਿਖਣ ਵਾਲੇ, ਸਿੱਖ ਇਤਿਹਾਸ ਔਰ ਸਿੱਖ ਸਿਧਾਂਤ ਦੀ ਸਮਝ ਰੱਖਣ ਵਾਲੇ ਡਿਬਡਿਬਾ ਲਈ ਸ਼ਾਇਦ ਉਸ ਪਰਿਵਾਰ ਲਈ ਇਸ ਤੋਂ ਵੱਡਾ ਕੋਈ ਵੀ ਸਦਮਾ ਹੋ ਹੀ ਨਹੀਂ ਸਕਦਾ ਔਰ ਉਸ ਸਦਮੇ ਨੂੰ ਸ਼ਬਦਾਂ ਦੇ ਨਾਲ ਕੋਈ ਧਰਵਾਸ ਦੇਣਾ ਸ਼ਾਇਦ ਸਾਡੇ ਵੱਸ 'ਚ ਨਹੀਂ। ਇੱਥੇ ਅੱਗੇ ਗੱਲ ਕਰਾਂਗੇ। ਦੂਜਾ ਮਸਲਾ ਕਿ ਇੱਕ ਵਾਰੀ ਫਿਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੇ। ਰਕੇਸ਼ ਟਕੈਤ ਵੱਲੋਂ ਐਲਾਨੀਆਂ ਕਿਹਾ ਗਿਆ ਕਿ ਕਿਸਾਨ ਅੰਦੋਲਨ ਦੀ ਰੂਹੇ ਰਵਾਂ ਪੰਜਾਬ ਦੀਆਂ 31 ਜਥੇਬੰਦੀਆਂ ਉਹਨਾਂ ਵੱਲੋਂ ਲਏ ਜਾਂਦੇ ਫੈਸਲੇ, ਡੋਮੀਨੇਸ਼ਨ ਦੀ ਗੱਲ ਜਾਂ ਇਹਦੀ ਅਗਵਾਈ ਦੀ ਗੱਲ ਉਹ ਮੁੜ ਕੇ ਉਸੇ ਹੀ ਸਿੰਘੂ ਬਾਰਡਰ ਤੇ ਬਲਬੀਰ ਸਿੰਘ ਰਾਜੇਵਾਲ ਵੱਲ ਤੁਰ। ਬਿਲਕੁਲ। ਤੀਜਾ ਸਵਾਲ ਇਹ ਆ ਕਿ ਅੱਜ ਇੱਕ ਖਬਰ ਲਗਾਤਾਰ ਚੱਲਦੀ ਰਹੀ 4-5 ਘੰਟੇ ਪਹਿਲਾਂ ਤੋਂ ਕਿ ਜਿਹੜੇ ਉਹ ਕਿੱਲ ਲਾਏ ਸੀ, ਮੇਖਾਂ ਸੀ ਵੱਡੀਆਂ ਵੱਡੀਆਂ ਸਰੀਏ ਵਰਗੇ, ਪ੍ਰਸ਼ਾਸਨ ਨੇ ਉਹ ਹੌਲੀ ਹੌਲੀ ਲਾਉਣੇ ਸ਼ੁਰੂ ਹੋਏ। ਉਮੀਦ ਕਰਦੇ ਹਾਂ ਕਿ ਇਹਨੂੰ ਸਰਕਾਰ ਦੇ ਬੈਕਫੁੱਟ ਤੇ ਜਾਣ ਦੀ ਉਹਨੂੰ ਤਸ਼ਬੀਹ ਦੇ ਲਈਏ ਜਾਂ ਇਹਨੂੰ ਇਹਦੇ ਨਾਲ ਸ਼ਬਦ ਪ੍ਰਭਾਸ਼ਿਤ ਕਰ ਲਈਏ। ਜੀ ਹੋ ਸਕਦਾ ਹੈ ਕਿ ਸ਼ਾਮ ਪੈਂਦੇ ਪੈਂਦੇ ਨੈਟ ਨੂਟ ਖੋਲ ਦੇਣ। ਵੈਸੇ ਉਮੀਦ ਬਹੁਤੀ ਨਹੀਂ। ਇੰਟਰਨੈਸ਼ਨਲ ਦਬਾਅ ਕਾਫੀ ਨੇ ਗਵਰਨਮੈਂਟ ਤੇ। ਇੱਕ ਹੋਰ ਗੱਲ ਕਿ ਘਮਾਸਾਨ ਪੰਜਾਬ ਦੇ ਵਿੱਚ ਵੀ ਹੈ। ਨਗਰ ਕੌਂਸਲਾਂ ਨੂੰ ਲੈ ਕੇ ਦੋਵੇਂ ਤਰ੍ਹਾਂ ਕੋਈ ਪ੍ਰੈਸ ਕਾਨਫਰੰਸ ਕਰੀ ਜਾਂਦਾ ਹੈ, ਕੋਈ ਕਿਸੇ ਨੂੰ ਚਿੱਠੀ ਲਿਖੀ ਜਾਂਦਾ ਹੈ ਔਰ ਅੱਜ ਮੇਰੇ ਖਿਆਲ ਆਖਰੀ ਦਿਨ ਸੀ। ਕੱਲ ਆਖਰੀ ਦਿਨ। ਸੋ ਇਹ ਵੀ ਸਵਾਲ ਹੈ ਕਿ ਇੱਕ ਬੰਨੇ ਘੋਲ ਹੋਂਦਦੇ ਆ, ਲੜਾਈ ਜਿਉਂਦੇ ਰਹਿਣ ਦੀ ਆ, ਲੜਾਈ ਅਗਲੀਆਂ ਪੀੜ੍ਹੀਆਂ ਦੀ ਆ, ਨਸਲਾਂ ਦੀ ਆ, ਲੇਕਿਨ ਦੂਜੇ ਬੰਨੇ ਸਿਆਸੀ ਲੋਕਾਂ ਨੂੰ ਵੀ ਆਪਣੀਆਂ ਆਉਂਦੀਆਂ ਨਸਲਾਂ ਜਾਂ ਆਪਣੇ ਮੌਜੂਦਾ ਕਾਰੋਬਾਰਾਂ ਦੀ ਚਿੰਤਾ ਹੈ। ਬਿਲਕੁਲ। ਮੈਂ ਮੁੜਾਂ ਡਿਬਡਿਬਾ ਪਰਿਵਾਰ ਤੇ। ਸਰਦਾਰ ਸਾਹਿਬ, ਮੈਨੂੰ ਕਈ ਵਾਰੀ ਤਕਲੀਫ ਹੁੰਦੀ ਹੈ, ਬਹੁਤ ਤਕਲੀਫ ਹੁੰਦੀ ਅਚਨਚੇਤ ਹੀ, ਜਦੋਂ ਤੁਹਾਡੇ ਮਨ 'ਚ ਖਿਆਲ ਆ ਜਾਂਦਾ ਕਿ 26 ਤਰੀਕ ਦਾ ਦਿਨ ਸੀ ਤੇ ਕਾਲ ਸੀ ਟਰੈਕਟਰ ਪਰੇਡ ਦੀ, ਟਰੈਕਟਰ ਮਾਰਚ ਦੀ। ਅਚਨਚੇਤ ਘਟਨਾਵਾਂ ਹੋਰ ਦੀ ਹੋਰ ਮੋੜ ਲੈਂਦੀਆਂ। ਜਿਹੜੇ ਲੋਕ 26 'ਚ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਸੰਘਰਸ਼ ਨੂੰ ਸਪੋਰਟ ਕਰਨ ਲਈ ਆਪਣੇ ਆਪ ਹੀ ਆਪ ਮੁਹਾਰੇ ਆ ਕੇ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਰੂਟ ਕਿਹੜੇ ਤੇ ਪੈ ਗਏ। ਕਈ ਮੇਰਾ ਖਿਆਲ ਜੇ ਅੱਧਿਓਂ ਜ਼ਿਆਦਾ ਐਸੇ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਦਿੱਲੀ ਦੇ ਕਿਹਨਾਂ ਰਾਵਾਂ ਤੇ ਜਾਣਾ। ਸਹੀ ਗੱਲ। ਤੇ ਜਿਨ੍ਹਾਂ ਦਾ ਅੱਜ ਤੱਕ ਥੋ ਪਤਾ ਨਹੀਂ ਲੱਗਿਆ, ਉਹਨਾਂ ਦੇ ਪਿੱਛੇ ਜਿਹੜੇ ਦਿਲਾਂ ਨੂੰ ਪੈਂਦੀ ਖੋਹ ਹੈ, ਜਿਹੜੇ ਅੰਦਰ ਘਾਉ ਮਾਊ ਹੁੰਦਾ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਮਾਪਿਆਂ ਲਈ ਤਕਲੀਫ ਬਣੀ ਹੋਈ ਹੈ ਕਿ ਕਿੱਥੇ ਗਏ, ਕਿਹੜੀ ਜੇਲ੍ਹ 'ਚ ਹੋਣਗੇ, ਮਦਦ ਮਿਲੀ ਕਿ ਨਹੀਂ, ਕਿਸ ਸਥਿਤੀ ਦੇ ਵਿੱਚ ਉਹਨਾਂ ਨੂੰ ਛੱਡਿਆ ਹੋਊਗਾ। ਸਰਦਾਰ ਸਾਹਿਬ, ਜਿਹੜੀ ਅੰਨ੍ਹੇਵਾਹ ਡਾਂਗ ਫਿਰਦੀ ਰਹੀ, ਹਾਲਾਂਕਿ ਦੋ ਤਰੀਕੇ ਕਈ ਜਗ੍ਹਾ ਪੁਲਿਸ ਦੇ ਉੱਤੇ ਵੀ ਇਸ ਤਰ੍ਹਾਂ ਦਾ ਦੋਨੇ ਪਾਸੇ, ਲੇਕਿਨ ਆਖਰ ਇਹ ਸਭ ਕੁਝ ਦੇਖੋ, ਜਦੋਂ ਤੁਸੀਂ ਕਾਨੂੰਨ ਬਣਾਉਂਦੇ ਹੋ ਕਿਸੇ ਕਮਿਊਨਿਟੀ ਲਈ, ਕਿਸੇ ਆਪਣੇ ਲੋਕਾਂ ਲਈ, ਸਮੂਹ ਲਈ, ਬਿਲਕੁਲ ਉਹਦੇ ਫਾਇਦੇ ਲਈ ਬਣਾਉਂਦੇ ਹੋ। ਸਹੀ ਗੱਲ। ਗਵਰਨਮੈਂਟ ਮਾਈ ਬਾਪ ਹੁੰਦੀ ਜੀ। ਜੇ ਇਸ ਤੋਂ ਬਾਅਦ ਮਹੀਨਿਆਂ ਤੱਕ ਉਸ ਇੱਕ ਨਵੀਂ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਜਿਹਦੀ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ, ਉਹਦੇ ਵਿੱਚ ਤੁਸੀਂ ਤਸ਼ੱਦਦ ਤੋਂ ਲੈ ਕੇ ਹਰ ਤਰ੍ਹਾਂ ਦੀ ਤਕਲੀਫ, ਭਾਵੇਂ ਉਹ ਸਰਦ ਰਾਤਾਂ ਹੋਣ, ਇਹਨੂੰ ਦੇਖਦੇ ਦੇਖਦੇ ਤੁਸੀਂ ਸੁੰਨ ਹੋ ਜਾਂਦੇ ਹੋ। ਬਿਲਕੁਲ। ਤੇ ਇਸੇ ਤਕਲੀਫ ਚੋਂ ਜੇਕਰ ਕੋਈ ਸੈਲੀਬ੍ਰਿਟੀ, ਕੋਈ ਬਾਹਰ ਦਾ ਵੱਡਾ ਬੰਦਾ, ਵਿਅਕਤੀ ਵਿਸ਼ੇਸ਼ ਫਿਰ ਉਹ ਕੋਈ ਟਵੀਟ ਕਰਦੇ, ਕੋਈ ਟਿੱਪਣੀ ਕਰਦੇ, ਅਸੀਂ ਉਹਨੂੰ ਵੀ ਬਰਦਾਸ਼ਤ ਨਾ ਕਰੀਏ, ਸਵਾਲ ਵੱਡੇ ਤੋਂ ਵੱਡੇ ਹੁੰਦੇ ਜਾਂਦੇ, ਆਨਸਰ ਕੋਈ ਨਹੀਂ ਮਿਲਦਾ। ਹੁਣ ਡਿਬਡਿਬਾ ਪਰਿਵਾਰ ਲਈ ਜਿਨ੍ਹਾਂ ਦਾ ਆਪਣਾ ਚਸ਼ਮੇ ਚਿਰਾਗ ਬੁਝ ਗਿਆ, ਉਹਨਾਂ ਦੇ ਉੱਤੇ ਜਿਹੜੀ ਬਿੱਜ ਪੈ ਗਈ। ਇਕਲੌਤਾ ਪੁੱਤਰ ਸੀ ਉਹਨਾਂ ਦਾ, ਉਹਨਾਂ ਦੇ ਪੁੱਤਰ ਸਾਹਿਬ ਸਿੰਘ ਜਿਹੜੇ ਨੇ, ਉਹਨਾਂ ਦਾ ਇਕਲੌਤਾ ਬੱਚਾ ਹੈ। ਔਰ ਹਾਲਾਤ ਦੇਖੋ ਕੀ ਹੈ ਕਿ ਜਦੋਂ ਉਹ ਬੱਚਾ ਇਸ ਸੰਸਾਰ 'ਚੋਂ ਚਲੇ ਗਿਆ, ਆਖਰ ਉਹ ਕਿਹਦੇ ਨਾਲ ਜੁੜਿਆ ਸੀ? ਕਿਸਾਨੀ ਅੰਦੋਲਨ ਦੇ ਨਾਲ। ਘੱਟੋ ਘੱਟ ਉਹਦੇ ਪ੍ਰਤੀ ਕੋਈ ਅਜੇ ਤੱਕ ਸਾਨੂੰ ਇੰਨੀ ਲੀਡਰਸ਼ਿਪ ਹੈ ਉਹਦੇ ਵੱਲੋਂ ਕੋਈ, ਜਿਹਨੂੰ ਕਹਿ ਲਓ ਕਿ ਦੋ ਲਫ਼ਜ਼ ਅਫਸੋਸ ਦੇ ਸੁਣਨ ਨੂੰ ਨਹੀਂ ਮਿਲੇ। ਅਜੇ ਅਸੀਂ ਕਹਿੰਦੇ ਕਿ ਸਾਡਾ ਸਾਰਾ ਸੰਘਰਸ਼ ਜਿਹੜਾ ਆ ਇਹਨਾਂ ਕਿਸਾਨਾਂ ਦੇ ਲਈ ਆ, ਇਸ ਨੌਜਵਾਨੀ ਜਿਹੜੀ ਹੈ ਇਹਦਾ ਕੇਂਦਰੀ ਧੁਰਾ ਆ ਜੀ। ਲੇਕਿਨ ਇੰਨੀ ਬੇਰੁਖੀ ਮਹਿਸੂਸ ਹੁੰਦੀ ਆ ਜੀ। ਸਰਦਾਰ ਹਰਦੀਪ ਸਿੰਘ ਡਿਬਡਿਬਾ ਬਹੁਤ ਹੀ ਧੀਰਜ ਵਾਲੇ ਨੇ।
ਉਹਨਾਂ ਨੇ ਜਿਹੜਾ ਉਹਨਾਂ ਦਾ ਸਫ਼ਰ ਆ, ਜਿਹੜੀਆਂ ਉਹਨਾਂ ਤੁਸੀਂ ਕਿਤਾਬਾਂ ਦੀ ਜ਼ਿਕਰ ਕੀਤੀ, ਉਹਨਾਂ ਦੀ ਮੈਂ ਇੱਕ ਕਿਤਾਬ ਪੜ੍ਹੀ ਆ। ਉਹ ਕਿਤਾਬ 'ਚ ਕਹਿੰਦੇ ਨੇ ਕਿ ਜਦੋਂ ਸਿਆਸਤ ਪਰਿਵਾਰ ਵੱਲ ਤੁਰ ਪਵੇ ਤੇ ਉਦੋਂ ਸਿਆਸਤ ਘਾਤਕ ਹੋ ਜਾਂਦੀ ਹੈ। ਉਹਦੇ ਕਿੰਨੀ ਕੁ ਘਾਤਕ ਹੈ ਕਿ ਉਹ ਆਪਣਾ ਤੇ ਨੁਕਸਾਨ ਕਰੇਗੀ, ਲੋਕਾਂ ਦਾ ਵੀ ਕਰ ਜਾਵੇ। ਜੀ, ਜਿਸ ਸ਼ਖਸ ਦੀ ਇੰਨੀ ਸਾਫ਼ ਸੋਚ ਹੋਏਗੀ, ਡੇਵਿਡ ਬਾਸ ਸਾਹਿਬ ਨੇ ਕਦੀ ਨਹੀਂ ਸੋਚਿਆ ਹੋਏਗਾ ਕਿ ਮੇਰਾ ਪੋਤਰਾ ਜਿਹੜਾ ਸਿਆਸਤ ਵੱਲ ਜਾ ਰਿਹਾ ਜਾਂ ਸੰਘਰਸ਼ ਵੱਲ ਜਾ ਰਿਹਾ। ਦੇਖੋ ਇੱਕ ਬੱਚਾ ਆਸਟ੍ਰੇਲੀਆ ਤੋਂ ਵਾਪਸ ਆਉਂਦਾ ਬਿਲਕੁਲ, ਤੇ ਗਿਆ ਤੇ ਉਹ ਕਿਸਾਨਾਂ ਲਈ ਸੀ, ਕਿਸਾਨਾਂ ਲਈ ਗਿਆ, ਸੰਘਰਸ਼ ਦਾ ਹਿੱਸਾ ਸੀ। ਜੀ। ਉਹਦੀ ਕੋਈ ਵਿਅਕਤੀਗਤ, ਉਹਦੀ ਕੋਈ ਨਿੱਜੀ ਤੌਰ ਤੇ ਕਿਸੇ ਨਾਲ ਲੜਾਈ ਨਹੀਂ ਸੀ, ਜੀ। ਉਹਦਾ ਕੋਈ ਆਪਣਾ ਮਫਾਦ ਨਹੀਂ ਸੀ। ਉਸ ਘੋਲ ਦੇ ਵਿੱਚ ਉਹਦੀ ਆਹੂਤੀ। ਦੂਜੇ ਬੰਨੇ ਜੇ ਤੁਸੀਂ ਇਸ ਸੰਘਰਸ਼ ਦੇ ਵਿੱਚ ਲਗਭਗ 2 ਸੈਂਕੜਿਆਂ ਤੱਕ ਲੋਕਾਂ ਨੂੰ ਮਰਦੇ ਦੇਖਿਆ। ਜੀ। ਉਹ ਮੌਤ, ਜਿਹੜੀ ਮੌਤ ਭਾਵੇਂ ਹਾਰਟ ਅਟੈਕ ਨਾਲ ਆਈ ਹੈ, ਹਾਂ। ਭਾਵੇਂ ਸਰਦੀ ਕਾਰਨ ਹੋਈ ਹੈ, ਇਸ ਅੰਦੋਲਨ 'ਚ ਹੋਈ ਹੈ। ਬਿਲਕੁਲ। ਇਸ ਤੋਂ ਬਾਅਦ ਹੁਣ ਤੱਕ ਕਿੰਨੇ ਲੋਕ ਜੇਲ੍ਹ 'ਚ ਨੇ, ਹੁਣ ਅੰਕੜੇ ਹੌਲੀ ਹੌਲੀ ਬਾਹਰ ਆ ਰਹੇ। ਹਾਂ। ਅਜੇ ਵੀ ਕਈ ਬੱਚਿਆਂ ਬਾਰੇ ਕੁਝ ਨਹੀਂ ਪਤਾ ਲੱਗ ਅਜੇ ਵੀ ਕਈ ਬੱਚਿਆਂ ਦਾ ਥੋ ਪਤਾ ਨਹੀਂ ਹੈ। ਜੀ। ਥੋ ਪਤਾ ਨਹੀਂ ਹੈ। ਔਰ ਜਦੋਂ ਸਭ ਤੋਂ ਪਹਿਲੀ ਵਾਰੀ ਜਦੋਂ ਇਹ ਗੱਲ ਤੁਰਦੀ ਆ ਕਿ ਇਹਨਾਂ ਦਾ ਥੋ ਪਤਾ ਲਿਆ ਜਾਵੇ, ਇਹਨਾਂ ਦੀ ਪੈਰਵਾਈ ਕੀਤੀ ਜਾਏ, ਉਦੋਂ ਅਣਗਿਣਤ ਸੰਸਥਾਵਾਂ ਜਿਹੜੀਆਂ ਨੇ ਉਹ ਵਕੀਲਾਂ ਦੇ ਪੈਨਲ ਖੜੇ ਕਰਦੀਆਂ ਨੇ। ਜੀ, ਜੀ। ਸਰਕਾਰਾਂ ਸਾਹਮਣੇ ਆਉਂਦੀਆਂ ਨੇ। ਲੇਕਿਨ ਉਹਦੇ ਬਾਵਜੂਦ, ਇੰਨਾ ਕੁਝ ਕਰਨ ਦੇ ਬਾਵਜੂਦ, ਅੱਜ ਇੱਕ ਮੈਂ ਬਿਆਨ ਪੜ੍ਹਿਆ ਸੀ, ਜਦੋਂ ਕੇਂਦਰੀ ਮੰਤਰੀ ਜਿਹੜੇ ਖੇਤੀ ਮੰਤਰੀ ਨੇ ਤੋਮਰ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਆ, ਕਹਿੰਦੇ ਜੀ ਇਹ ਮੇਰਾ ਮਹਿਕਮਾ ਨਹੀਂ ਹੈ, ਇਹਦੇ ਬਾਰੇ ਤੁਸੀਂ, ਉਹ ਬੱਚੇ ਕਿੱਥੇ ਨੇ, ਇਹਦੇ ਬਾਰੇ ਤੁਸੀਂ ਕਮਿਸ਼ਨਰ ਦਿੱਲੀ ਪੁਲਿਸ ਨਾਲ ਗੱਲ ਕਰੋ। ਜੀ। ਉਸ ਵੇਲੇ ਥੋੜ੍ਹੀ ਜਿਹੀ ਹੈਰਾਨੀ ਵੀ ਹੁੰਦੀ ਹੈ ਕਿ ਤੁਸੀਂ ਇੱਕ ਪਾਸੇ ਤੇ ਜ਼ਿੰਮੇਵਾਰ ਹੋ, ਦੂਸਰੇ ਪਾਸੇ ਤੁਸੀਂ ਭੋਲੇ ਪੰਛੀ ਕਹਿ ਦਿੰਦੇ ਕਿ ਇਹ ਮੇਰਾ ਮਹਿਕਮਾ ਨਹੀਂ ਹੈ। ਸਰਕਾਰਾਂ ਲਈ ਇਹ ਬੜਾ ਆਸਾਨ ਹੁੰਦਾ ਹੈ। ਹਾਂ। ਤੁਸੀਂ ਇਹ ਨਹੀਂ, ਸਰਕਾਰਾਂ ਲਈ ਨਹੀਂ, ਲੀਡਰਸ਼ਿਪ ਲਈ, ਲੀਡਰਾਂ ਲਈ ਸਰਕਾਰਾਂ ਦੀ ਤੇ ਜਵਾਬਦੇਹੀ ਹੈ। ਹੁਣ ਜਿਹੜਾ ਕੱਲ ਉੱਥੇ ਕੰਡੇਲਾ ਪਿੰਡ ਦੇ ਵਿੱਚ ਜਿਹੜੀ ਖਾਪ ਪੰਚਾਇਤ ਹੋਈ ਹੈ, ਸਰਦਾਰ ਜੀ, ਜਿਹੜੀ ਗੱਲ ਤੁਸੀਂ ਜਵਾਬਦੇਹੀ ਦੀ ਕਰਦੇ ਹੋ, ਜੀ, ਜਦੋਂ ਦੇਸ਼ ਦੀ ਸਰਵਉੱਚ ਅਦਾਲਤ, ਜੀ, ਮਾਣਯੋਗ ਸੁਪਰੀਮ ਕੋਰਟ ਹਾਂ। ਇਹ ਕਹਿ ਦਏ ਕਿ ਗਵਰਨਮੈਂਟ ਆਪਣਾ ਕੰਮ ਕਰ ਰਹੀ ਹੈ, ਇਹਦੇ 'ਚ ਅਸੀਂ ਦਖਲ ਨਹੀਂ ਦੇਣਾ, 26 ਦੀਆਂ ਘਟਨਾਵਾਂ ਨੂੰ ਲੈ ਕੇ, ਉਸ ਤੋਂ ਬਾਅਦ ਹੋਏ ਪਰਚਿਆਂ ਨੂੰ ਲੈ ਕੇ, ਜੀ। ਜਾਂ ਬਾਕੀ ਮਸਲਿਆਂ ਤੇ, ਔਰ ਜੇਕਰ ਹਾਈ ਕੋਰਟ ਵੀ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਤੋਂ ਬਾਅਦ ਉਹ 'ਚ ਦਖਲ ਦੇਣੋਂ ਇਨਕਾਰ ਕਰ ਦਊਗੀ, ਹਾਂ, ਲੋਕ ਜਿਹੜੇ ਕਈ ਤਰ੍ਹਾਂ ਦੇ ਪਰਚਿਆਂ ਨੂੰ ਫੇਸ ਕਰ ਰਹੇ ਆ, ਬਿਲਕੁਲ, ਉਹਦੇ 'ਚ ਕੁਝ ਲੋਕ ਗਲਤ ਹੋਣਗੇ, ਲੇਕਿਨ ਬਹੁ ਗਿਣਤੀ ਲੋਕ ਉਹ ਅਣਭੋਲ ਸੀ, ਉਹ ਅਵੇਸਲੇ ਲੋਕ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵਾਪਰ ਕੀ ਰਿਹਾ, ਉਹ ਕਿੰਨਾ ਰਾਵਾਂ ਤੇ ਨਿਕਲ ਗਏ। ਆਖਰ ਉਹਨਾਂ ਦਾ ਕਸੂਰ ਕੀ? ਅਚਨਚੇਤ ਤੁਸੀਂ ਕਿਸੇ ਆਪਣੇ ਆਪ ਨੂੰ ਕਿਸੇ ਜਗ੍ਹਾ ਤੇ ਘਿਰੇ ਹੋਏ ਮਹਿਸੂਸ ਕਰਦੇ ਹੋ, ਨਾ ਟਰੈਕਟਰ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ, ਤੁਸੀਂ ਇੱਕ ਕਾਫਲੇ ਦਾ ਹਿੱਸਾ ਹੋ, ਤੁਸੀਂ ਉੱਥੇ ਛੱਲੀਆਂ ਵਾਂਗ ਕੁੱਟੇ ਵੀ ਜਾਂਦੇ ਹੋ ਤੇ ਫਿਰ ਚੱਕ ਕੇ ਅੰਦਰ ਵੀ ਸੁੱਟਦੇ ਜਾਂਦੇ ਹੋ। ਮੈਨੂੰ ਸਮਝ ਨਹੀਂ ਆਉਂਦੀ ਕਿ ਐਸੀ ਸਥਿਤੀ ਦੇ ਵਿੱਚ ਪਏ ਲੋਕਾਂ ਦੇ ਅੰਦਰ ਕਿਹੋ ਜਿਹੀ ਫੀਲਿੰਗ ਹੋਊਗੀ, ਉਹ ਕਿਸ ਤਰ੍ਹਾਂ ਦੀ ਮਨੋ ਅਵਸਥਾ 'ਚ ਹੋਣਗੇ, ਆਪਣੇ ਆਪ ਨੂੰ ਕਿਵੇਂ ਉਹ ਐਡਰੈਸ ਕਰ ਰਹੇ ਹੋਣਗੇ। ਸੋ ਸਵਾਲ ਇਹ ਆ ਕਿ ਜਿਹੜੇ ਲੋਕ ਕਦੇ ਆਪਣੇ ਪਿੰਡ ਤੋਂ ਸ਼ਹਿਰ ਤੱਕ ਦਾ ਸਫ਼ਰ ਮਸਾਂ ਕਰਦੇ ਸੀ, ਸਹੀ ਗੱਲ, ਉਹ ਦਿੱਲੀ ਵਰਗੇ ਮਹਾਨਗਰ 'ਚ ਫਸੇ ਹੋਏ ਤੇ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦੀ ਕੁਰਲਾਟ ਹੋਊਗੀ, ਤੇ ਉਹਨਾਂ ਦੇ ਪਿੱਛੇ ਬੈਠਿਆਂ ਦੇ ਫਿਕਰ ਕਿਹੋ ਜਿਹੇ ਹੋਣਗੇ ਜਦੋਂ ਇੰਟਰਨੈਟ ਵੀ ਘੱਟ ਤੋਂ ਘੱਟ ਚੱਲ ਰਿਹਾ, ਜਦੋਂ ਕੋਈ ਫੋਨ ਤੇ ਜਾਂ ਕਿਧਰੋਂ ਕੋਈ ਬਾਹਰੋਂ ਅੰਦਰੋਂ ਖਬਰ ਮਿਲਦੀ ਹੈ ਨਾ ਕਿ ਫਲਾਣੀ ਜੇਲ੍ਹ 'ਚ ਜੇ, ਜੇਲ੍ਹ ਤਾਂ ਦੇਖੋ ਜੀ ਆਪਣੇ ਜ਼ਿਲ੍ਹੇ ਦੀ ਮਾਨ ਨਹੀਂ ਹੁੰਦੀ, ਉੱਥੇ ਪਹੁੰਚਣਾ ਲੋਕਾਂ ਲਈ ਔਖਾ, ਅਦਾਲਤ ਆਪਣੀ ਜੇ 'ਚ ਤਰੀਕ ਪੈਂਦੀ ਉਹ ਔਖੀ ਹੈ, ਜਦੋਂ ਤੁਸੀਂ ਦਿੱਲੀ ਦੀਆਂ ਅਦਾਲਤਾਂ ਨਾਲ ਕਿਵੇਂ ਸਜੋਗੇ? ਜਦੋਂ ਦਿੱਲੀ ਦੀ ਇਸ ਵੇਲੇ ਹਰ ਅੱਖ ਜਿਹੜੀ ਆ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੀ ਹੋਵੇ, ਜੀ, ਸਭ ਤੋਂ ਅਹਿਮ ਹੁੰਦਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਜੇਲ੍ਹ ਤੱਕ ਜਾ ਰਹੇ ਹੋ, ਜੇਲ੍ਹ ਦੇ ਬਾਹਰ ਵੀ ਤੁਹਾਨੂੰ ਸਰਕਾਰੀ ਮਹਿਕਮੇ ਬੜੀ ਗੌਰ ਨਾਲ ਵੇਖਦੇ ਨੇ ਕਿ ਤੁਸੀਂ ਆਏ ਕਿੱਧਰ ਹੋ ਤੇ ਤੁਸੀਂ ਕੌਣ ਹੋ। ਜੀ। ਤੁਹਾਨੂੰ ਅੰਦਰ ਦੀ ਜਾਣਕਾਰੀ ਦੇ ਬਾਅਦ ਪਹਿਲਾਂ ਤੁਹਾਡੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜੀ। ਔਰ ਜਦੋਂ ਇਹ ਹਾਲਾਤ ਬਣ ਜਾਂਦੇ ਨੇ, ਫਿਰ ਲੀਡਰਸ਼ਿਪ ਦਾ ਬਿਲਕੁਲ ਖਾਮੋਸ਼ ਹੋ ਜਾਣਾ, ਐਸੇ ਨੌਜਵਾਨਾਂ ਨਾਲੋਂ ਨਾਤਾ ਤੋੜ ਲੈਣਾ, ਉਹ ਉਸ ਤੋਂ ਵੱਧ ਘਾਤਕ ਹੈ। ਮੈਂ ਥੋੜਾ ਜਿਹਾ ਇਸ ਤੋਂ ਅੱਗੇ ਜਾਣਾ ਚਾਹੂੰਗਾ। ਜੀ। ਹੋ ਸਕਦਾ ਇਹ ਗੱਲ ਕਿਸੇ ਨੂੰ ਅੱਛੀ ਨਾ ਲੱਗੇ, ਬੁਰੀ ਲੱਗੇ। ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਟਕਰਾਅ ਦੀ ਸਥਿਤੀ ਇੰਜ ਦੀ ਹੋਵੇ, ਬਹੁਤ ਸਾਰੇ ਲੋਕ ਘਿਰ ਗਏ ਹੋਣ, ਬਹੁਤ ਸਾਰੇ ਲੋਕ ਲਾਪਤਾ ਵੀ ਹੋਣ, ਹੌਲੀ ਹੌਲੀ ਚਲੋ ਪਤਾ ਲੱਗ ਵੀ ਰਿਹਾ, ਉਸ ਸਥਿਤੀ ਦੇ ਵਿੱਚ ਲੀਡਰਸ਼ਿਪ ਵੱਲੋਂ ਅਗਲਾ ਕੋਈ ਪ੍ਰੋਗਰਾਮ ਹੀ ਨਾ ਦੇਣਾ, ਜਾਂ ਗਵਰਨਮੈਂਟ ਨਾਲ ਗੱਲਬਾਤ ਹੀ ਨਾ ਸ਼ੁਰੂ ਕਰਨੀ, ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਲੋਕਾਂ ਨੂੰ ਲੈ ਕੇ, ਹੋਈਆਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ 'ਚ ਵੀ ਨਾ ਜਾਣਾ ਤੇ ਪ੍ਰੋਗਰਾਮ ਵੀ ਨਾ ਦੇਣਾ, ਤਾਂ ਕਿ ਗਵਰਨਮੈਂਟ ਕਿਸੇ ਦਬਾਅ ਥੱਲੇ ਆ ਕੇ ਤੁਹਾਡੇ ਨਾਲ ਗੱਲ ਸ਼ੁਰੂ ਕਰੇ। ਸੋ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਲੀਡਰਸ਼ਿਪ ਪਰਖੀ ਜਾਂਦੀ ਹੁੰਦੀ ਆ।
ਇਸ ਪਰਖ ਦੀ ਘੜੀ ਦੇ ਵਿੱਚ ਲੀਡਰਸ਼ਿਪ ਨੂੰ ਆਪਣਾ ਮੁਲਾਂਕਣ ਕਰਨਾ ਪਊਗਾ ਜੀ। ਕਿ ਜਾਂ ਤਾਂ ਤੁਸੀਂ ਕੋਈ ਸਖਤ ਪ੍ਰੋਗਰਾਮ ਇਸ ਤੋਂ ਬਾਅਦ ਦੇ ਦਿੰਦੇ ਜੀ। ਤੇ ਗਵਰਨਮੈਂਟ ਪ੍ਰੈਸ਼ਰ ਥੱਲੇ ਆਉਂਦੀ ਕਿ ਬਿਲਕੁਲ। ਇਹਨਾਂ ਨਾਲ ਗੱਲ ਕਰਨੀ ਪੈਣੀ, ਤੇ ਜਾਂ ਫਿਰ ਤੁਸੀਂ ਆਪਣੀ ਈਗੋ ਛੱਡ ਕੇ ਗਵਰਨਮੈਂਟ ਨਾਲ ਟੇਬਲ ਤੇ ਆ ਕੇ ਕਹਿੰਦੇ ਕਿ ਹਾਂ ਪ੍ਰੋਗਰਾਮ ਇਹ ਸੀ ਲੇਕਿਨ ਇਹਦੇ ਵਿੱਚ ਇਹ ਕਮੀਆਂ ਰਹਿ ਗਈਆਂ, ਇੱਥੇ ਇਹ ਟਰਨ ਹੋ ਗਿਆ। ਗਲਤੀਆਂ ਦੋਨੇ ਪਾਸੋਂ ਹੋਈਆਂ ਨੇ। ਮੈਂ ਉਹੀ ਕਿਹਾ ਕਿ ਉਦੋਂ ਤੁਹਾਡੇ ਕੋਲ ਦੋ ਹੀ ਰਸਤੇ ਸੀ, ਜਾਂ ਤੁਸੀਂ ਅੱਗੇ ਨਾਲੋਂ ਵੱਡਾ ਪ੍ਰੋਗਰਾਮ ਲੀਕ ਦਿੰਦੇ ਜਾਂ ਥੋੜਾ ਬੈਕਫੁੱਟ ਤੇ ਆ ਕੇ ਪਹਿਲਾਂ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਲੈਂਦੇ, ਤਾਂ ਕਿ ਘਰਾਂ 'ਚ ਬੈਠੇ ਸੰਸਿਆ 'ਚ ਜੀਂਦੇ ਸਿਤਮ ਹੰਡਾਉਂਦੇ ਲੋਕਾਂ ਨੂੰ ਆਪਣਿਆਂ ਦਾ ਥੋ ਪਤਾ ਲੱਗਦਾ, ਉਹਨਾਂ ਨੂੰ ਉਸ ਤਕਲੀਫ 'ਚੋਂ ਅਸੀਂ ਕੱਢਦੇ। ਦੋਨੇ ਤਰ੍ਹਾਂ ਦੇ ਫੈਸਲੇ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਇੱਕ ਨਿਰਾਸ਼ਾ ਥੋੜੀ ਜੀ ਸੁਭਾਵਕ ਹੁੰਦੀ ਆ। ਹਾਲਾਂਕਿ ਅਜੇ ਵੀ ਅੱਜ ਬਾਰਿਸ਼ ਹੋਈ ਉੱਥੇ, ਲੇਕਿਨ ਲੋਕਾਂ ਦਾ ਜੋਸ਼ ਉਵੇਂ ਹੀ ਆ ਬਾਰਡਰਸ ਦੇ ਉੱਤੇ। ਅੱਜ ਉੱਥੇ ਕੁਝ MP ਵੀ ਗਏ ਆ ਜਿਨ੍ਹਾਂ 'ਚੋਂ ਅਕਾਲੀ ਦਲ ਵਾਲੇ ਵੀ ਸ਼ਾਮਲ ਸੀਗੇ, ਜਿਹੜਾ ਗਾਜੀਪੁਰ ਬਾਰਡਰ ਹੈ। ਉਸ ਤੋਂ ਇਲਾਵਾ ਪਾਰਲੀਮੈਂਟ ਦੇ ਵਿੱਚ ਪੂਰਾ ਰੌਲਾ ਪਿਆ, ਲਗਾਤਾਰ ਦੋਵਾਂ ਸਦਨਾਂ 'ਚ ਪੂਰਾ ਰੌਲਾ ਪੈਂਦਾ ਰਿਹਾ, ਬਹੁਤ ਭਾਵਪੂਰਤ। ਕੱਲ ਗੁਲਾਮ ਨਬੀ ਆਜ਼ਾਦ ਦੀ ਗੱਲ ਸੀਗੀ, ਅੱਜ ਜਿਹੜੇ RG ਦੇ ਮਿਸਟਰ ਝਾਅ ਨੇ ਉਹਨਾਂ ਨੇ ਬੜਾ ਸੋਹਣਾ ਬੋਲਿਆ। ਆਮ ਆਦਮੀ ਪਾਰਟੀ ਵਾਲਿਆਂ ਦਾ ਰੌਲਾ ਵੀ ਬੇਸ਼ੱਕ ਉਹਨਾਂ ਨੂੰ ਬਾਹਰ ਕੱਢਤਾ ਗਿਆ, ਔਰ ਇਹ ਸਾਰੇ ਦੇ ਸਾਰੇ ਸਵਾਲ ਮੂੰਹ ਅੱਡ ਕੇ ਖੜੇ ਨੇ ਕਿ ਕੀ ਲੀਡਰਸ਼ਿਪ ਇਸ ਮੌਕੇ ਤੇ ਫੈਸਲਾ ਕੁਨ ਲੜਾਈ ਲਈ ਜਾਊਗੀ ਜਾਂ ਫੈਸਲੇ ਲਈ ਅੱਗੇ ਤੁਰੂਗੀ। ਕੱਲ ਦਾ ਤੋਮਰ ਸਾਹਿਬ ਦਾ ਬਿਆਨ ਸੀ ਐਗਰੀਕਲਚਰ ਮਿਨਿਸਟਰ ਦਾ ਕਿ ਆਫ ਦਾ ਰਿਕਾਰਡ ਕੋਈ ਨਹੀਂ ਗੱਲ ਹੋ ਰਹੀ, ਗੈਰ ਰਸਮੀ ਕੋਈ ਗੱਲ ਨਹੀਂ ਹੋ ਰਹੀ। ਜੇ ਗੱਲ ਹੀ ਨਹੀਂ ਹੋ ਰਹੀ, ਡੈਡਲੌਕ ਆ, ਫਿਰ ਲੋਕਾਂ ਨੂੰ ਇਸ ਮੁਸੀਬਤ ਚੋਂ ਕੱਢਣ ਲਈ ਤੁਹਾਡੇ ਕੋਲ ਦੂਜਾ ਢਾਂਚਾ ਕੀ ਆ? ਕੀ ਤੁਹਾਡੇ ਕੋਲ ਹੁਣ ਕੋਈ ਮਿਡਲਮੈਨ ਦੀ ਲੋੜ ਆ? ਕੀ ਤੁਹਾਨੂੰ ਕੋਈ ਜਿਹੜੀਆਂ ਗੱਲਬਾਤ ਚਲਾਉਣ ਵਾਲੀਆਂ ਧਿਰਾਂ ਉਹਨਾਂ ਦੀ ਲੋੜ ਆ? ਕਿਸੇ ਵਿਚੋਲੇ ਜਾਂ ਵਿਚੋਲਗੀ ਕਰਨ ਵਾਲੀ ਧਿਰ ਦੀ ਲੋੜ ਆ? ਮੈਨੂੰ ਯਾਦ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਆਪਣੇ ਕੁਝ ਸਿੱਖ ਲੀਡਰ ਅੱਗੇ ਹੋ ਕੇ ਗੱਲ ਤੋਰ ਲੈਂਦੇ ਹੁੰਦੇ ਸੀ। ਮੈਨੂੰ ਅੱਜ ਵੀ ਜਤਿੰਦਰ ਭੰਨੂ ਜੀ ਦੀ ਉਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਸਰਦਾਰ ਤਰਲੋਚਨ ਸਿੰਘ ਵਰਗੇ ਲੋਕ ਜਾਂ ਸ਼ਰਦ ਪਵਾਰ ਵਰਗੇ ਲੋਕ ਜਾਂ ਜਿਹੜੇ ਜਸਟਿਸ ਕੁਲਦੀਪ ਸਿੰਘ ਵਰਗੇ ਲੋਕ ਹੈ, ਜਿਨ੍ਹਾਂ ਲੋਕਾਂ ਦਾ ਅਨੁਭਵ ਚੰਗਾ ਹੈ, ਜਿਹੜੇ ਕਿਸੇ ਧਿਰ ਨਾਲ ਨਹੀਂ ਪੱਖਪਾਤ ਨਹੀਂ ਕਰਨਗੇ, ਉਹਨਾਂ ਲੋਕਾਂ ਨੂੰ ਵਿੱਚ ਪੈ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ। ਗਵਰਨਮੈਂਟ ਨੂੰ ਆਪਣੀ ਅੜੀ ਤੋਂ ਥੋੜਾ ਜਿਹਾ ਪਿੱਛੇ ਜਾਣਾ ਚਾਹੀਦਾ, ਕਿਸਾਨ ਜਥੇਬੰਦੀਆਂ ਨੂੰ ਥੋੜਾ ਜਿਹਾ ਅੱਗੇ ਵਧਣਾ ਚਾਹੀਦਾ, ਹੋ ਗਏ ਨੁਕਸਾਨਾਂ ਦੀ ਭਰਪਾਈ ਲਈ ਥੋੜੇ ਯਤਨ ਰਮਣੇ ਚਾਹੀਦੇ ਆ। ਪਰ ਅਫਸੋਸ ਅਜੇ ਤੱਕ ਕੋਈ ਯਤਨ ਨਹੀਂ ਹੋ ਰਹੇ। ਇਹ ਯਤਨ ਜੇ ਨਹੀਂ ਸ਼ੁਰੂ ਹੁੰਦੇ ਤੇ ਜਿਹੜੇ ਲੋਕ ਅਜੇ ਤੱਕ ਕਿਸੇ ਵੀ ਪਰੇਸ਼ਾਨੀ 'ਚ ਨੇ ਉਹਨਾਂ ਦਾ ਕੌਣ ਵਾਲੀ ਵਾਰਸ ਹੈ? ਦੇਖੋ ਬੜਾ ਸਾਫ਼ ਹੈ ਕਿ ਜਦੋਂ ਅਸੀਂ ਸਾਰੇ ਰਾਹ ਆਪ ਬੰਦ ਕਰ ਦਿੱਤੇ ਜੀ। ਇਸ ਵੇਲੇ ਤੁਸੀਂ ਗੱਲ ਕੀਤੀ, ਕੱਲ ਅੱਜ ਮੈਂਬਰ ਪਾਰਲੀਮੈਂਟ ਗਏ ਨੇ ਉੱਥੇ, 15 ਮੈਂਬਰ ਪਾਰਲੀਮੈਂਟ ਗਏ ਨੇ। ਵਿਚਾਰਨਾ ਬਣਦਾ ਕਿ ਆਖਰ ਜਦੋਂ 27 ਨਵੰਬਰ ਦਾ ਉੱਥੇ ਸਾਰਾ ਸੰਘਰਸ਼ ਸ਼ੁਰੂ ਹੋਇਆ, ਉਸ ਵੇਲੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉੱਥੇ ਰੋਕਿਆ ਗਿਆ ਸੀ? ਅੱਜ ਵੀ ਤੇ ਦੂਰੀ ਬਣਾ ਕੇ ਖੜੇ ਹੋਏ ਨੇ ਨਾ। ਗਾਜੀਪੁਰ ਵਾਲੇ ਬਾਰਡਰ ਤੇ, ਸਿੰਘੂ ਬਾਰਡਰ ਤੇ ਅੱਜ ਵੀ ਦੂਰੀ ਬਣਾ ਕੇ ਖੜੇ ਰਹੇ ਨੇ। ਉਹਨਾਂ ਨੇ ਹਾਲਾਤ ਦੇਖੇ ਨੇ, ਤੁਸੀਂ ਪਹਿਲਾਂ ਵੀ ਵੇਖ ਸਕਦੇ ਸੀ। ਤੁਸੀਂ ਅਜੇ ਤੱਕ ਜੋ ਪਾਰਲੀਮੈਂਟ ਦੇ ਅੰਦਰ ਹੋਇਆ ਸਭ ਕੁਝ ਸਾਹਮਣੇ ਆ ਗਿਆ ਕਿ ਸੱਤਾਧਾਰੀ ਧਿਰ ਕਹਿੰਦੀ ਕਿ ਨਹੀਂ ਜੋ ਅਸੀਂ ਕਰ ਦਿੱਤਾ ਉਹ ਸਹੀ ਆ, ਜਿਹਨੂੰ ਕਹਿ ਲਓ ਤੁਸੀਂ ਡੈਡਲੌਕ। ਔਰ ਕੱਲ ਅਚਨਚੇਤ ਕੀ ਹੁੰਦਾ ਕਿ ਇਹ ਮੁੱਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆ ਜਾਂਦਾ ਹੈ। ਉਹ ਲੋਕ ਗਾਇਕ ਨੇ, ਸਮਾਜ ਸੇਵੀ ਨੇ, ਉਹਨਾਂ ਨੂੰ ਕਿਸਾਨੀ ਬਾਰੇ ਕੋਈ ਜਾਣਕਾਰੀ ਨਹੀਂ। ਲੇਕਿਨ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਮੁੱਦੇ ਨੂੰ ਇਸ ਕਰਕੇ ਲਿਆ ਗਿਆ ਕਿ ਇੰਨਾ ਲੰਬਾ ਸ਼ਾਂਤੀਪੂਰਵਕ ਸੰਘਰਸ਼, ਉਸ ਮੁੱਦੇ ਤੇ ਲੈ ਕੇ ਅਗਰ ਕੋਈ ਬੋਲਦਾ ਹੈ ਤੇ ਉਹਦੇ ਤੋਂ ਬਾਅਦ ਜੋ ਕੱਲ ਉੱਥੇ ਕੰਡੇਲਾ ਹਰਿਆਣੇ 'ਚ ਜਿਹੜੀ ਖਾਪ ਪੰਚਾਇਤ ਹੁੰਦੀ ਹੈ, ਉਹਦੇ ਮੰਚ ਤੋਂ ਜਦੋਂ ਤੁਹਾਡੇ ਹੈ ਨੇ ਟਕੈਤ, ਰਾਕੇਸ਼ ਟਕੈਤ ਕਹਿੰਦੇ ਨੇ ਕਿ ਹੁਣ ਗੱਲ ਜਿਹੜੀ ਆ ਉਹ ਮੰਤਰੀਆਂ ਨਾਲ ਨਹੀਂ। ਦੇਖੋ ਸ਼ਰਤਾਂ ਹੁਣ ਉੱਤੋਂ ਨਵੀਂ ਆ ਗਈਆਂ, ਜਿਹੜਾ ਤੁਸੀਂ ਦਬਾਅ ਦੀ ਨੀਤੀ ਕਹਿ ਰਹੇ ਹੋ ਕਿ ਗੱਲ ਕਿਹਦੇ ਨਾਲ, ਪ੍ਰਧਾਨ ਮੰਤਰੀ ਨਾਲ ਜਾਂ ਗ੍ਰਹਿ ਮੰਤਰੀ ਨਾਲ। ਦੂਸਰਾ, ਸਭ ਤੋਂ ਪਹਿਲਾਂ ਨੌਜਵਾਨ ਜਿਹੜੇ ਫੜਿਆ ਉਹਨਾਂ ਨੂੰ ਰਿਹਾ ਕਰੋ। ਤੀਸਰਾ ਕਹਿੰਦੇ ਕਿ ਜਿਹੜੇ ਕਿੱਲ ਤੁਸੀਂ ਲਾਏ ਨੇ, ਜੇ ਤੁਸੀਂ ਸ਼ਾਮ ਤੱਕ ਨਹੀਂ ਪੁੱਟਦੇ ਤੇ ਫਿਰ ਅਸੀਂ ਪੁੱਟ ਕੇ ਸੰਭਾਲ ਲਵਾਂਗੇ, ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣ ਲਈ ਕਿ ਸਰਕਾਰਾਂ ਇੱਦਾਂ ਵੀ ਕਰਦੀਆਂ ਨੇ, ਆਪਣੇ ਲੋਕਾਂ ਦੇ ਰਾਜ ਕਿੱਲ ਵੀ ਬੀਜ ਦਿੰਦੀਆਂ ਨੇ। ਔਰ ਉਹਦੇ ਤੋਂ ਬਾਅਦ ਕੀ ਹੁੰਦਾ, ਤੁਸੀਂ ਸਾਹਮਣੇ ਦੇਖਿਆ ਕਿ ਸਾਡਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹ ਜਿਹੜੇ ਬਾਹਰ ਦੇ ਲੋਕਾਂ ਦੇ ਟਵੀਟ ਨੇ ਉਹਨਾਂ ਦਾ ਜਵਾਬ ਦਿੰਦਾ, ਉਹਨਾਂ ਦੀ ਬੇਲੋੜੀ ਦਖਲਅੰਦਾਜ਼ੀ ਦੱਸਿਆ ਜਾਂਦਾ। ਹੁਣ ਸਵਾਲ ਇਹ ਹੈ ਕਿ ਤੁਸੀਂ ਕਿਸੇ ਦਾ ਦਰਦ ਸਮਝੋ ਨਾ, ਤੁਸੀਂ ਸੁਣਵਾਈ ਕਰੋ ਨਾ,
ਤੁਹਾਨੂੰ ਲੀਡਰਾਂ ਤੇ ਜਿਹੜੇ ਲੀਡਰਾਂ ਨੂੰ ਤੁਸੀਂ ਲੀਡਰ ਮੰਨ ਲੈਂਦੇ, ਮੰਨ ਕੇ ਸੱਦਦੇ ਹੋ 40 ਨੂੰ ਸੱਦਾ ਭੇਜ ਦਿਓ, ਫਿਰ ਤੁਸੀਂ ਇਹ ਕਹਿ ਦਿਓ ਕਿ ਇਹਨਾਂ 'ਚ ਲੀਡਰ ਨਹੀਂ ਜੀ। ਤੇ ਫਿਰ ਜਿਹੜੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਇੱਕ ਸਾਂਝੀ ਸੁਰ ਰੱਖਦੇ ਨੇ, ਜਿਹਦਾ ਤੁਸੀਂ ਗੱਲ ਕੀਤੀ, ਸਰਦਾਰ ਤਰਲੋਚਨ ਸਿੰਘ ਹੋਰਾਂ ਦੀ ਅਣਗਿਣਤ ਨਾਂ ਉੱਥੇ ਹੈਗੇ ਨੇ ਜੀ। ਨਰੇਸ਼ ਗੁਜਰਾਲ, ਕੋਈ ਉਹਨਾਂ ਤੇ ਅਜੇ ਤੱਕ ਇਹ ਦੋਸ਼ ਨਹੀਂ ਲੱਗਦਾ ਕਿ ਇਹ ਇੱਧਰ ਦੇ ਨੇ ਉੱਧਰ ਨੇ, ਸਾਂਝੀ ਗੱਲ ਕਰਦੇ ਜਾਣੇ ਜਾਂਦੇ ਨੇ। ਜੀ। ਕਿਉਂ ਨਹੀਂ ਗੱਲ ਕੀਤੀ ਗਈ? ਕਿਤੇ ਨਾ ਕਿਤੇ ਕੇਂਦਰ ਵੀ ਚਾਹੁੰਦਾ ਕਿ ਭਾਈਵਾਲ ਦਲਾਲ ਨਾ ਆਵੇ, ਕਿਉਂਕਿ ਉਹ ਲਫ਼ਜ਼ ਦਲਾਲ ਤੋਂ ਵੀ ਡਰਦੇ ਨੇ। ਜੀ। ਕਿਉਂਕਿ ਜਿਸਲੇ ਕੋਈ ਸਾਂਝੀ ਧਿਰ ਆਈ, ਸਾਂਝਾ ਸ਼ਖਸ ਆਇਆ, ਉਸ ਵੇਲੇ ਦਲਾਲ ਨਹੀਂ, ਵਿਚੋਲਾ ਵਿਚੋਲਾ ਨਹੀਂ, ਦੇਖੋ ਆਉਣਾ ਤੇ ਉਹਨੂੰ ਵਿਚੋਲਾ ਬਣ ਕੇ ਆ। ਲੇਕਿਨ ਸਾਡੀ ਇੱਕ ਸਿਆਸਤ ਦੀ ਤਰਾਸਦੀ ਆ ਕਿ ਅਸੀਂ ਜਿਹੜਾ ਸਾਨੂੰ ਅਕਲ ਦੇਣ ਵੀ ਆਵੇ, ਅਸੀਂ ਉਹਨੂੰ ਵੀ ਮਾੜੇ ਲਫ਼ਜ਼ਾਂ ਨਾਲ ਸੰਬੋਧਨ ਹੋਏ ਨੇ। ਦੇਖੋ ਉਹ ਪੰਜਾਬੀਆਂ ਦਾ ਖਾਸਾ ਹੈ ਕਿ ਅਸੀਂ ਅਕਸਰ ਹੀ ਤਮਗੇ ਘੜ ਕੇ ਰੱਖੇ ਹੁੰਦੇ, ਜਦੋਂ ਮਰਜ਼ੀ ਘਲ ਚ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮਤਲਬ ਤਮਗਾ ਬਣਾਉਣੇ ਤੇ ਕਿਹੜੇ ਵੇਲੇ ਭੇਟ ਕਰ ਦਿੰਦੇ ਤੇ ਵੱਡੀ ਤਾਦਾਦ ਦੇ ਵਿੱਚ। ਅਸੀਂ ਇਹ ਖਿਤਾਬ ਜਿਹੜੇ ਨਾ ਜੀ, ਇਹ ਸਮਝੇ ਬਿਨਾ, ਸਥਿਤੀਆਂ ਦਾ ਨਿਰੀਖਣ ਕੀਤੇ ਬਿਨਾ ਅਸੀਂ ਝੱਟ ਪਕੜਾ ਲੈਂਦੇ। ਇਸੇ ਕਰਕੇ ਬਹੁਤ ਸਾਰੇ ਸਿਆਣੇ ਲੋਕ ਡਰ ਦੇ ਵਿੱਚ ਪੈਂਦੇ ਵੀ ਨਹੀਂ ਕਿ ਇੱਥੋਂ ਪਤਾ ਨਹੀਂ ਕੁਝ ਹਾਸਲ ਹੋਣਾ ਕਿ ਨਹੀਂ ਹੋਣਾ, ਕਿਸੇ ਨੇ ਇੱਜ਼ਤ ਦੇਣੀ। ਬੰਦਾ ਕਹਿੰਦਾ ਕਿ ਲੱਥੀ ਹੱਥ ਨਾ ਆਮਦੀ, ਦਾਨਸ਼ਮੰਦਾਂ ਦੀ ਪੱਤ। ਬਿਲਕੁਲ ਉਹਦੇ ਅਨੁਸਾਰ ਚੱਲਦਾ। ਉਹ ਕਹਿੰਦਾ ਬਚ ਕੇ ਰੋ ਥੋੜਾ ਜਿਹਾ। ਲੇਕਿਨ ਸਵਾਲ ਇਹ ਆ ਕਿ ਜਦੋਂ ਕੱਲ ਦਾ ਇਹ ਗੱਲ ਸਾਹਮਣੇ ਆ ਚੁੱਕੀ ਆ ਕਿ ਅਜੇ ਵੀ ਦੋਨੇ ਧਿਰਾਂ ਸਾਹਮਣੇ ਨੇ, ਲੇਕਿਨ ਜਿਹੜੀ ਗੱਲਬਾਤ ਦਾ ਕੇਂਦਰੀ ਬਿੰਦੂ ਆ ਉਹ ਸਿੰਘੂ ਬਾਰਡਰ ਹੀ ਰਹੇਗਾ, ਲੀਡਰਸ਼ਿਪ ਉਹੀ 40 ਲੋਕ ਰਹਿਣਗੇ। ਤੇ ਫਿਰ ਹੁਣ ਇਹਦੇ ਤੋਂ ਬਾਅਦ ਕਿਸ ਨੂੰ ਉਡੀਕਿਆ ਜਾ ਰਿਹਾ? ਸਰਦਾਰ ਸਾਹਿਬ, ਕਈ ਵਾਰੀ ਕੀ ਹੁੰਦਾ ਹੈ ਕਿ ਲੜਾਈ ਦਾ ਜਿਹੜਾ ਵੇਗ ਹੁੰਦਾ ਹੈ, ਸੰਘਰਸ਼ ਦਾ, ਕਿਉਂਕਿ ਲੜਾਈ ਤਾਂ ਕੋਈ ਐਸੀ ਹੈ ਨਹੀਂ। ਮੈਂ ਗਵਰਨਮੈਂਟ ਦੇ ਉਸ ਕਦਮ ਦੇ ਉੱਤੇ ਵੀ ਮੈਨੂੰ ਹੈਰਾਨੀ ਹੋਈ ਕਿ ਅਕਸਰ ਵਿਦੇਸ਼ ਮੰਤਰਾਲਾ ਕਿਸੇ ਦੂਜੇ ਦੇਸ਼ ਦੇ ਵਿੱਚੋਂ ਆਏ ਬਿਆਨ ਨੂੰ ਤਾਂ ਰਿਐਕਟ ਕਰਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨ ਦੇ ਉੱਤੇ ਰਿਐਕਟ ਕਰਨ ਦੀ ਐਡੀ ਲੋੜ ਨਹੀਂ। ਇਹਦਾ ਮਤਲਬ ਗਵਰਨਮੈਂਟ ਜਿਹੜੀ ਆ ਉਹ ਵੀ ਬੜੀ ਸੰਵੇਦਨਸ਼ੀਲ ਹੈ। ਜਿਹੜਾ ਖਾਸ ਕਰਕੇ ਜਿਹੜੀ ਬੱਚੀ ਥਨਬਰਗ ਹੈ, ਥਨਬਰਗ ਬਾਰੇ ਇੱਕ ਮੈਂ ਥੋੜਾ ਆਪਣੇ ਦਰਸ਼ਕਾਂ ਨਾਲ ਸਾਂਝ ਪਾਵਾਂ। ਥਨਬਰਗ ਉਹ ਬੇਟੀ ਆ ਜਿਹੜੀ 2015 ਦੇ ਵਿੱਚ ਆਪਣੇ ਸਕੂਲ ਦੀਆਂ ਕਿਤਾਬਾਂ ਲੈ ਕੇ ਸਵੀਡਨ ਦੇ ਸਰਕਾਰ ਦੇ ਮੋਹਰੇ ਬੈਠ ਜਾਂਦੀ ਹੈ। ਗ੍ਰੇਟਾ ਥਨਬਰਗ ਬੈਠ ਜਾਂਦੀ ਹੈ। ਸਰਕਾਰ ਕਹਿੰਦੀ ਬੱਚੀ ਕੀ ਗੱਲ? ਉਹ ਕਹਿੰਦੀ ਤੁਸੀਂ ਸਾਨੂੰ ਕਹਿੰਦੇ ਹੋ ਕਿ ਵਾਤਾਵਰਣ ਦੀ ਸੰਭਾਲ ਕਰੋ, ਗਲੋਬਲ ਵਾਰਮਿੰਗ ਦਾ ਨਾਰਾ ਤੁਸੀਂ ਦੇ ਰਹੇ ਹੋ, ਲੇਕਿਨ ਗਲੋਬਲ ਵਾਰਮਿੰਗ ਫੈਲਾਉਣ ਵਾਲੇ ਤੁਸੀਂ ਹੋ। ਅਸੀਂ ਕੀ ਪੜ੍ਹਨ ਜਾਈਏ ਸਕੂਲਾਂ 'ਚ? ਕੀ ਪੜ੍ਹਾ ਰਹੇ ਹੋ ਸਾਨੂੰ ਸਕੂਲਾਂ 'ਚ? ਇਸ ਕਰਕੇ ਮੈਂ ਕਿਤਾਬਾਂ ਲੈ ਕੇ ਇੱਥੇ ਆ ਗਈ ਹਾਂ ਵੀ ਤੁਸੀਂ ਪੜ੍ਹਾਓ ਸਾਨੂੰ ਹੁਣ। ਉਸ ਵੇਲੇ ਉਹ ਬੱਚੀ ਜਿਹੜੀ ਆ ਉਹ ਸੰਸਾਰ ਦੀ ਨਿਗਾਹ ਵਿੱਚ ਆਉਂਦੀ ਹੈ। ਗੱਲ ਇਹ ਹੈ ਕਿ ਜੇ ਕੁੱਲ ਮਿਲਾ ਕੇ ਇਸ ਗੱਲ ਨੂੰ, ਆਪਣੇ ਦੇਸ਼ ਦੀ ਗੱਲ, ਆਪਣੇ ਲੋਕਾਂ ਦੀ ਗੱਲ ਆ, ਆਪਣੇ ਲੋਕਾਂ ਲਈ ਬਣਾਏ ਕਾਨੂੰਨਾਂ ਦੀ ਗੱਲ ਆ, ਜੇਕਰ ਕਿਸੇ ਨੂੰ ਨਹੀਂ ਵਾਰਾ ਖਾਂਦੇ ਉਹਨਾਂ ਨਾਲ ਬਹਿ ਕੇ ਨਿਬੇੜ ਲਓ, ਵਾਪਸ ਲੈ ਲਓ, ਕੀ ਫਰਕ ਪੈਂਦਾ? ਨਵੇਂ ਸਿਰੋਂ ਬਣਾ ਲਓ 6 ਮਹੀਨੇ ਦੇ ਅੰਦਰ, ਫਿਰ ਬਣਾ ਲਓ, ਕਿਸਾਨਾਂ ਦੇ ਨੁਮਾਇੰਦੇ ਨਾਲ ਲੈ ਲਓ। ਜਿਹੜੀ ਗੱਲ ਜਿਹਨੂੰ ਵਾਰਾ ਖਾਂਦੀ ਉਹ ਕਰਨੀ ਚਾਹੀਦੀ ਹੈ। ਲੇਕਿਨ ਕੁੱਲ ਮਿਲਾ ਕੇ ਇੱਕ ਹੋਰ ਦ੍ਰਿਸ਼ ਜਿਹੜਾ ਸਿਰਜਿਆ ਜਾ ਰਿਹਾ ਕਿ ਰਕੇਸ਼ ਟਕੈਤ ਜਿਹੜੇ ਫੋਕਸ 'ਚ ਆ ਰਹੇ ਸੀ, ਜਿੱਥੇ ਪੋਲੀਟੀਸ਼ੀਅਨ ਧੜਾ ਧੜ ਜਾ ਰਹੇ ਆ, ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਆ ਕਿ ਸਾਡਾ ਜਿਹੜਾ ਲੀਡਰ ਹੈ ਉਹ ਬਲਬੀਰ ਸਿੰਘ ਰਾਜੇਵਾਲ ਹੈ, ਕਿ ਸਾਡਾ ਵੱਡਾ ਭਰਾ ਹੈ। ਕਿਸਾਨ ਜਥੇਬੰਦੀਆਂ ਦੀ ਜਿਹੜੀ ਪਹਿਲੀ ਲੀਡਰਸ਼ਿਪ ਉਹੀ ਕੰਮ ਕਰਦੀ ਰਹੂਗੀ, ਉਹਨਾਂ ਦੇ ਫੈਸਲੇ ਜਿਹੜੇ ਸੁਪਰੀਮ ਹੋਣਗੇ। ਇੱਕ ਤਰ੍ਹਾਂ ਨਾਲ ਲੜਾਈ ਦੀ ਅਗਵਾਈ ਲਈ ਜਿਹੜਾ ਬਾਰਡਰ ਪਿੱਛੇ ਪੈ ਰਿਹਾ ਸੀ ਉਹਨੂੰ ਫਿਰ ਮੂਹਰੇ ਲਾਤਾ ਗਿਆ। ਅਗਲੇ ਦਿਨਾਂ 'ਚ ਇਹ ਦੇਖਣਾ ਹੋਊਗਾ ਕਿ ਗਵਰਨਮੈਂਟ ਨਾਲ ਗੱਲ ਤੋਰਨ ਲਈ ਕਿਹੜਾ ਤਰੀਕਾ ਅਪਣਾਇਆ ਜਾਂਦਾ, ਕਿ ਕਿਸਾਨ ਆਗੂ ਆਪ ਸਟੈਪ ਅੱਗੇ ਕਰਦੇ ਆ। ਇਹ ਵੱਡਾ ਸਵਾਲ ਸੀਗਾ ਕਿਉਂਕਿ ਗਵਰਨਮੈਂਟ ਇੱਕ ਡਿਸਟੈਂਸ ਤੇ ਆ। ਉਹਨਾਂ ਦੇ ਮੰਤਰੀ ਕਹਿ ਚੁੱਕੇ ਆ, ਤੋਮਰ, ਕਿ ਅਸੀਂ ਕਿਸੇ ਗੈਰ ਰਸਮੀ ਗੱਲਬਾਤ ਵਿੱਚ ਨਹੀਂ ਆ, ਮਤਲਬ ਗੱਲਬਾਤ ਰੁਕੀ ਹੋਈ ਹੈ। ਜਿਹੜੀ ਲੋਕਾਂ ਦੇ ਅੰਦਰ ਇੱਕ ਭੁਲੇਖਾ ਸੀਗਾ ਕਿ ਸ਼ਾਇਦ ਅੰਦਰ ਖਾਤੇ ਕੋਈ ਗੱਲ ਚੱਲ ਰਹੀ ਹੋਵੇ, ਉਹ ਲਗਭਗ ਵਿਰਾਮ ਲੱਗ ਗਿਆ ਕਿ ਨਹੀਂ ਗੱਲ ਹੋ ਰਹੀ। ਹੁਣ ਦੇਖਣਾ ਇਹ ਹੈ, ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਕਿ ਜਦੋਂ ਤੁਸੀਂ ਸਾਰੀ ਜਿਹੜੀ ਲੀਡਰਸ਼ਿਪ ਹੈ, ਕਿਸਾਨ ਲੀਡਰਸ਼ਿਪ ਹੈ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਉਦੋਂ ਰੂਟ ਬਾਰੇ ਕੋਈ ਦਿੱਲੀ ਪੁਲਿਸ ਦੇ ਨਾਲ ਸਮਝੌਤਾ ਕੀਤਾ, ਤੁਸੀਂ ਉਹਨਾਂ ਦੇ ਖਿਲਾਫ ਪਰਚੇ ਦਰਜ ਕਰ ਚੁੱਕੇ ਹੋ ਤੇ ਜਦੋਂ ਉਹਨਾਂ ਨੂੰ ਇਹ ਖਦਸ਼ਾ ਆ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਦਾਖਲ ਹੋਵਾਂਗੇ ਤੇ ਸਾਨੂੰ ਗ੍ਰਿਫਤਾਰ ਕੀਤਾ ਜਾਏਗਾ। ਨਹੀਂ, ਇਸ ਤਰ੍ਹਾਂ ਦਾ ਸਰਦਾਰ ਸਾਹਿਬ ਕੋਈ ਖਦਸ਼ਾ ਨਹੀਂ ਹੁੰਦਾ।
ਇਹ ਕਿਸਾਨ ਲੀਡਰਸ਼ਿਪ ਬੜੀ ਮੰਝੀ ਹੋਈ ਆ, ਉਹਨਾਂ ਨੂੰ ਪਤਾ ਹੈ ਸਾਰੀ ਉਮਰ ਉਹਨਾਂ ਦੀ ਇਹਨਾਂ ਚੱਕਰਾਂ 'ਚ ਨਿਕਲ ਗਈ। ਜੀ। ਇੰਨੇ ਜਨ ਸਲਾਬ ਦੇ ਹੁੰਦਿਆਂ ਕਿਸੇ ਲੀਡਰਸ਼ਿਪ ਨੂੰ ਹੱਥ ਪਾਉਣਾ ਸਰਕਾਰਾਂ ਦੇ ਵੱਸ 'ਚ ਨਹੀਂ ਹੁੰਦਾ, ਨਾ ਸਰਕਾਰਾਂ ਪਰੇਸ਼ਾਨੀ ਚਾਹੁੰਦੀਆਂ ਨੇ। ਲੇਕਿਨ ਵੈਸੇ ਚਲੋ ਮੈਂ ਤੁਹਾਡੇ ਨਾਲ ਥੋੜਾ ਜਿਹਾ ਸਹਿਮਤ ਹਾਂ, ਪਰ ਇੱਕ ਚੀਜ਼ ਦੱਸੋ ਕਿ ਜਦੋਂ ਦੀਵਾਰਾਂ ਹੋ ਜਾਂਦੀਆਂ ਨੇ, ਜੀ। ਪਰਿਵਾਰਾਂ 'ਚ ਵੀ ਦੀਵਾਰਾਂ ਹੋ ਜਾਂਦੀਆਂ, ਜੋ ਦੀਵਾਰ ਹੋ ਜਾਵੇ ਤੇ ਉੱਥੇ ਵੀ ਸੰਭਾਵਨਾ ਹੁੰਦੀ ਆ ਵੀ ਇੱਕ ਸੁਭਾਅ ਬਣ ਜਾਂਦਾ ਮਨੁੱਖੀ, ਵੀ ਕੰਧ ਨੂੰ ਕੰਨ ਲਾ ਕੇ ਸੁਣਨਾ ਪੈਂਦਾ ਵੀ ਗੁਆਂਢੀਆਂ ਦੇ ਘਰ ਕੀ ਹੋ ਰਿਹਾ, ਤੇ ਕੰਧ ਟੱਪੀ ਵੀ ਨਹੀਂ ਜਾਂਦੀ। ਟੱਪੀ ਵੀ ਨਹੀਂ ਜਾਣੀ। ਹਾਂ। ਲੇਕਿਨ ਕੰਧ ਦੇ ਪਾਰ ਕੀ ਹੋ ਰਿਹਾ ਉਹ ਤੇ ਬਣਿਆ ਰਹਿੰਦਾ ਸਾਰਾ ਕੁਝ। ਇਹ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ, ਮੈਨੂੰ ਲੱਗ ਰਿਹਾ ਸਰਦਾਰ ਸਾਹਿਬ ਕਿ ਵਿਦਿਨ 24 ਆਰ ਜੀ। ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਊਗੀ, ਕਿਸੇ ਵੀ ਧਿਰ ਵੱਲੋਂ ਜਾਂ ਕੋਈ ਦੇਖੋ, ਮਿਡਲਮੈਨ ਹੋਵੇ, ਕਿ ਬਿਲਕੁਲ ਗੱਲਬਾਤ ਸ਼ੁਰੂ ਕਰਨ ਦੇ ਅਸਾਰ ਬਣ ਰਹੇ ਆ। ਜਿਸ ਤਰ੍ਹਾਂ ਗਵਰਨਮੈਂਟ ਨੇ ਉਹ ਕਿੱਲ ਜਿਹੜੇ ਆ ਉਹਨਾਂ ਨੂੰ ਪੁੱਟਿਆ, ਜੀ। ਜਿਸ ਤਰੀਕੇ ਨਾਲ ਇੰਟਰਨੈਟ ਨੂੰ ਮੁੜ ਕੇ ਚਾਲੂ ਹੋਣ ਦਾ ਪ੍ਰੈਸ਼ਰ ਆ ਰਿਹਾ, ਜੀ। ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਰੌਲਾ ਰੱਪਾ ਪਿਆ, ਉਹ ਗਵਰਨਮੈਂਟ ਦੇ ਉੱਤੇ ਇੱਕ ਖਾਸ ਤਰ੍ਹਾਂ ਦਾ ਪ੍ਰੈਸ਼ਰ ਹੈ ਕਿ ਇਹਨੂੰ ਐਡਰੈਸ ਕੀਤਾ ਔਰ ਜਾਵੇ। ਇਹ ਵੀ ਜ਼ਰੂਰੀ ਆ ਕਿ ਅਗਰ ਇਹ ਕੋਈ ਵੀ ਫੈਸਲਾ ਜਿਹੜਾ ਇਹ ਸੈਸ਼ਨ ਆ, ਬਜਟ ਸੈਸ਼ਨ ਆ, ਉਹਦੇ ਚਲਦਿਆਂ ਹੋ ਜਾਂਦਾ ਜੀ। ਤੇ ਫਿਰ ਇਸ ਨਵੇਂ ਕਾਨੂੰਨ ਨੂੰ ਕੋਈ ਸੁਧਾਈ ਜਾਂ ਰੱਦ ਕਰਨਾ ਜਿਹੜਾ ਉਹ ਇਸ ਸੈਸ਼ਨ ਦੇ ਵਿੱਚ ਪ੍ਰਵਾਨਗੀ ਮਿਲ ਸਕਦੀ ਹੈ। ਸਰਦਾਰ ਸਾਹਿਬ ਇਹ ਇੰਨਾ ਆਸਾਨ ਨਹੀਂ। ਜਿਸ ਤਰ੍ਹਾਂ ਦਾ ਹੁਣ ਤੱਕ ਦਾ ਗਵਰਨਮੈਂਟ ਦਾ ਐਟੀਟਿਊਡ ਨਜ਼ਰ ਆਇਆ, ਉਹਨਾਂ ਦੇ ਕੋਲੋਂ ਇਹ ਆਸ ਕਰਨੀ ਸ਼ਾਇਦ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ ਕਿ ਉਹ ਇਸੇ ਹੀ ਸੈਸ਼ਨ ਦੇ ਵਿੱਚ ਕੋਈ ਅੱਗੇ ਗੱਲ ਤੋਰਨ। ਸਭ ਤੋਂ ਪਹਿਲਾਂ ਤੇ ਇਹ ਕਾਨੂੰਨ ਜਿਹੜੇ ਆ ਅਗਲੇ ਕੁਝ ਸਮੇਂ ਤੱਕ ਲਈ ਸਸਪੈਂਡ ਹੀ ਹੋਣਗੇ। ਹੋ ਸਕਦਾ ਸਮਾਂ ਵਧਾਤਾ ਜਾਵੇ, ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਕਿਸਾਨ ਹਮਾਇਤੀ ਜਿਹੜੇ ਸਮਰਥਨ ਵਾਲੇ ਕੋਈ ਐਕਸਪਰਟਸ ਨੇ ਉਹ ਪਾਲੇ ਜਾਣ, ਕੋਈ ਸਹਿਮਤੀ ਤਾਂ ਬਣੂਗੀ ਇੱਕ ਟਾਈਮ ਫਰੇਮ ਦੇ ਵਿੱਚ ਜਾ ਕੇ। ਇਹਨਾਂ ਕਾਨੂੰਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹਨਾਂ ਨੂੰ ਵਾਪਸ ਲੈਣਾ, ਰੱਦ ਕਰਨਾ, ਉਹ ਤੇ ਫੈਸਲਾ ਹੋਊਗਾ। ਉਸ ਤੋਂ ਬਾਅਦ ਨਵਾਂ ਕਾਨੂੰਨ ਕਿਹੋ ਜਿਹਾ ਹੋਊਗਾ, ਸ਼ਾਇਦ ਉਹੀ ਕਮੇਟੀ ਅੱਗੇ ਮੂਵ ਕਰੇ। ਇਹ ਸਵਾਲ ਵੱਡੇ ਨੇ, ਲੇਕਿਨ ਇਹਨਾਂ ਦੇ ਵਿੱਚ ਇੱਕ ਕਾਮਨ ਸਹਿਮਤੀ ਬਣਨੀ ਬੜੀ ਜ਼ਰੂਰੀ ਹੈ। ਕੋਈ ਜ਼ਰੂਰ ਮਿਡਲਮੈਨ ਜਾਂ ਕੋਈ ਧਿਰ ਜਿਹੜੀ ਐਸੀ ਜਿਹੜੀ ਵਿਚੋਲਗੀ ਕਰੇ, ਵਾਰਤਾਕਾਰ ਨਵੇਂ ਸ਼ਾਮਲ ਹੋਣੇ ਚਾਹੀਦੇ ਆ ਜਾਂ ਹੋਣਗੇ। ਸੋ ਮੈਨੂੰ ਇੰਝ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੇ ਉੱਤੇ ਸਖਤ ਧਾਰਾਵਾਂ ਦੇ ਪਰਚੇ ਹੋ ਗਏ, ਜਿਨ੍ਹਾਂ ਦੇ ਪਰਿਵਾਰ ਉਲਝਣ 'ਚ ਨੇ, ਜਿਨ੍ਹਾਂ ਦੇ ਉੱਤੇ ਛਾਪੇ ਪੈ ਰਹੇ ਆ, ਉਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ, ਉਹਨੂੰ ਵੀ ਐਡਰੈਸ ਕਰਨਾ ਮੌਜੂਦਾ ਕਿਸਾਨ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ। ਜਿਨ੍ਹਾਂ ਦੀ ਕਾਲ ਦੇ ਉੱਤੇ ਇਹ ਲੋਕ ਉੱਥੇ ਪਹੁੰਚੇ, ਉਹ ਉਹਨਾਂ ਦੀ ਜ਼ਿੰਮੇਵਾਰੀ ਉਠਾਉਣ। ਔਰ ਜਿਹੜੀਆਂ ਧਿਰਾਂ ਜਿਨ੍ਹਾਂ ਦੇ ਵਿੱਚ ਪੰਜਾਬ ਗਵਰਨਮੈਂਟ ਹੈ, ਸ਼੍ਰੋਮਣੀ ਕਮੇਟੀ ਹੈ, ਦਿੱਲੀ ਕਮੇਟੀ ਹੈ, ਸਾਂਝੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਚੱਲਦੀਆਂ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਅੰਦੋਲਨ ਦੀ ਭੇਂਟ ਹੋ ਗਏ ਜਾਂ ਮੁਸ਼ਕਲ 'ਚ ਫਸੇ ਲੋਕਾਂ ਲਈ ਬਾਂਹ ਫੜਨ। ਇਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਕਿਸਾਨ ਜਿਹੜੀ ਕੇਂਦਰ ਦੀ ਸਰਕਾਰ ਆ, ਕਿਸਾਨ ਕਿਉਂਕਿ ਉਹਨਾਂ ਦੇ ਆਪਣੇ ਆ, ਕਿਸਾਨਾਂ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ। ਸਮੇਂ ਦੇ ਉੱਤੇ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਦੇ ਵਿੱਚ ਰੋਲ ਪਲੇ ਕੀਤਾ। ਅਗਲੇ ਸਮੇਂ ਦੇ ਵਿੱਚ ਵੀ ਜੇਕਰ ਤੁਸੀਂ ਜਨਤਕ ਵੰਡ ਪ੍ਰਣਾਲੀ ਦੇ ਵਿੱਚ ਅਨਾਜ ਦੇਣਾ, ਉਹ ਕਿੱਥੋਂ ਆਉਣਾ? ਅਸਮਾਨ ਤੋਂ ਤਾਂ ਟਪਕ ਨਹੀਂ ਪੈਣਾ। ਸੋ ਸਵਾਲ ਇਹ ਆ ਕਿ ਕੇਂਦਰ ਵੀ ਅੱਖਾਂ ਨਹੀਂ ਮੀਟ ਸਕਦਾ। ਕੇਂਦਰ ਦੀ ਜ਼ਿੰਮੇਵਾਰੀ ਇਹਨਾਂ ਸਾਰੇ ਲੋਕਾਂ ਦੀ ਦੇਖਭਾਲ ਕਰਨਾ, ਇਹਨਾਂ ਨੂੰ ਲੁੱਕ ਆਫਟਰ ਕਰਨਾ ਇਹਨਾਂ ਦੀ ਡਿਊਟੀ ਹੈ। ਲੇਕਿਨ ਕੀ ਕੇਂਦਰ ਅਵੇਸਲਾ ਬਣਿਆ ਰਹੂਗਾ? ਕੀ ਕੇਂਦਰ ਦਾ ਹੋਣ ਵਾਲਾ ਨਜ਼ਰੀਆ ਐਵੇਂ ਹੀ ਬਰਕਰਾਰ ਰਹੂਗਾ? ਦੇਖੋ, ਦੋ ਚੀਜ਼ਾਂ ਬੜੀਆਂ ਸਾਫ਼ ਨੇ ਜੀ ਕਿ ਸਿਆਸਤਦਾਨ ਸਿਰਫ ਆਪਣੀ ਸਿਆਸਤ ਦੇ ਨਾਲ ਸੀਮਤ ਹੋ ਜਾਂਦਾ ਜੀ। ਸਿਆਸਤ 'ਚੋਂ ਉਹਨੂੰ ਸੱਤਾ ਲੱਭਣੀ ਹੁੰਦੀ ਹੈ। ਲੇਕਿਨ ਜਿਹੜੀ ਗੱਲ ਤੁਸੀਂ ਸ਼ੁਰੂਆਤੀ ਦੌਰ 'ਚ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਿਆਸੀ ਬਦਲਾਅ ਨਜ਼ਰ ਆ ਰਿਹਾ, ਤੁਹਾਨੂੰ ਜੀ ਸਿਆਸੀ ਬਦਲਾਅ ਨਜ਼ਰ ਆ ਰਿਹਾ। ਹਾਲਾਂਕਿ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨੇ, ਕੋਈ ਵੱਡਾ ਮਸਲਾ ਵੀ ਨਹੀਂ, ਨਗਰ ਕੌਂਸਲ ਦੀਆਂ ਚੋਣਾਂ ਨੇ, ਇਹ ਚੋਣਾਂ ਵੈਸੇ ਆਮ ਤੌਰ ਤੇ ਕਹਿੰਦੇ ਜਿਹਦੀ ਸੱਤਾ ਹੁੰਦੀ ਉਹ ਹੀ ਲੈ ਜਾਂਦਾ, ਹੋ ਜਾਂਦੀ। ਲੇਕਿਨ ਜੋ ਦੇਖਣ ਨੂੰ ਆ ਰਿਹਾ, ਜਿਹੜਾ ਇੱਕ ਨਵਾਂ ਬਦਲਾਅ ਮੈਨੂੰ ਨਜ਼ਰ ਆਇਆ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਜਦੋਂ ਇਹ ਅੰਕੜੇ ਸਾਹਮਣੇ ਆਏ ਕਿ ਕਿਹੜੀ ਪਾਰਟੀ ਨੇ ਕਿੰਨੇ ਉਮੀਦਵਾਰ ਖੜੇ ਕੀਤੇ ਨੇ, ਤੇ ਉਹਦੇ 'ਚ ਇੱਕ ਅੰਕੜਾ ਬੜਾ ਖਤਰਨਾਕ ਜਿਹਾ ਨਜ਼ਰ ਆਇਆ, ਭਾਰਤੀ ਜਨਤਾ ਪਾਰਟੀ ਵਾਲਾ। ਹਾਂ, ਕਿ ਮਜੀਠਾ ਹਲਕੇ ਦੇ ਵਿੱਚ ਨਗਰ ਕੌਂਸਲ ਲਈ ਭਾਜਪਾ ਨੂੰ ਕੋਈ ਉਮੀਦਵਾਰ ਹੀ ਨਹੀਂ ਲੱਭਾ। ਤੁਸੀਂ ਇਕੱਲੇ ਮਜੀਠਾ ਦੀ ਗੱਲ ਕਰਨ ਦਿਓ, ਤੁਸੀਂ ਸਾਰੇ ਪੰਜਾਬ ਦੇ ਅੰਕੜੇ ਕੱਢ ਕੇ ਦੇਖ ਲਓ। ਜਿਹੜੀ ਧਿਰ ਸੈਂਟਰ 'ਚ ਸੱਤਾ 'ਚ ਹੈ, ਸਭ ਤੋਂ ਪਾਵਰਫੁਲ ਆ, ਜਿਹਦੀ ਉਮੀਦ, ਜਿਹੜੀ ਪਾਰਟੀ ਦੀ ਭਰਤੀ ਦੁਨੀਆ 'ਚ ਸਭ ਤੋਂ ਜ਼ਿਆਦਾ, 12 ਕਰੋੜ ਸਰਗਰਮ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਦੇਸ਼ ਵਿੱਚ ਨੇ, ਤੇ ਉਸ ਪਾਰਟੀ ਦੀ ਇਹ ਹਾਲਾਤ ਬਣ ਜਾਣ ਇਸ ਅੰਦੋਲਨ ਦੇ ਚੱਲਦੇ ਕਿ ਉਹਨੂੰ ਕੈਂਡੀਡੇਟ ਨਾ ਮਿਲੇ। ਕਈ ਜਗ੍ਹਾ ਤੇ ਉਮੀਦਵਾਰ ਖੜੇ ਹੋਏ ਨੇ, ਲੇਕਿਨ ਕਮਲ ਦੇ ਫੁੱਲ ਤੇ ਨਹੀਂ ਖੜੇ ਹੋਏ ਜੀ। ਆਜ਼ਾਦ ਉਮੀਦਵਾਰ ਖੜੇ ਹੋ ਗਏ ਨੇ। ਹੁਣ ਜਿਹੜੇ ਲੋਕ ਪੂਰਾ ਆਪਣਾ ਕਬਜ਼ਾ ਬਣਾਉਣਾ ਚਾਹੁੰਦੇ ਸੀ, ਜਿਨ੍ਹਾਂ ਨੂੰ ਹਰ ਪਾਸੇ ਜਿੱਤ ਦਾ ਨਿਸ਼ਾਨ ਨਜ਼ਰ ਆਉਂਦਾ ਸੀ, ਜੇ ਉਹਨਾਂ ਦੀ ਇਹ ਹਾਲਤ ਬਣ ਜਾਵੇ ਤੇ ਆਖਰ ਇਸ ਭਵਸਾਗਰ 'ਚੋਂ ਤੇ ਫਿਰ ਪਾਰ
ਉੱਪਰਲੀ ਲੀਡਰਸ਼ਿਪ ਹੀ ਕੱਢੇਗੀ। ਦੇਖੋ ਜਦੋਂ ਹਾਲਾਤ ਬਦਲਦੇ ਆ, ਜੀ ਕਹਿੰਦੇ ਇਹ ਵੇਗ ਹੁੰਦੇ ਨਾ ਸਮੇਂ ਦੇ, ਹਾਂ ਜਦੋਂ ਫਿਰ ਨਿਕਲਦੇ ਆ ਬੜਾ ਕੁਝ ਉਲਟ ਫੇਰ ਹੋ ਜਾਂਦਾ। ਬਿਲਕੁਲ। ਕਦੇ ਸੋਚਿਆ ਸੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ 117 ਸੀਟਾਂ ਦੇ ਉੱਤੇ ਲੜਾਂਗੇ ਤੇ ਜਿੱਤਾਂਗੇ, ਬਿਲਕੁਲ, ਪੰਜਾਬ ਸਰਕਾਰ ਬਿਲਕੁਲ, ਬਣਾਵਾਂਗੇ, ਬਿਲਕੁਲ। ਉਹਨੂੰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜਿਹੜੇ ਉਮੀਦਵਾਰ ਨਾ ਲੱਭਣ, ਔਰ ਫਿਰ ਉਸ ਤੋਂ ਵੱਡੀ ਗੱਲ ਕਿ ਉਹਦੀ ਲੀਡਰਸ਼ਿਪ ਨੂੰ ਪ੍ਰਚਾਰ ਕਰਨ ਜਾਣ ਮੌਕੇ ਲੋਕ ਸਾਹਮਣੇ ਨਾ ਵੇਖਣਾ ਸੋਚਣ, ਫਿਰ ਉਹਨਾਂ ਨੂੰ ਥਾਂ ਤੇ ਘਰਾਓ ਦਾ ਸਾਹਮਣਾ ਕਰਨਾ ਪਵੇ। ਸਰਦਾਰ ਜੀ ਇਹੀ ਕਹਿੰਦੇ ਆ ਕਿ ਇੱਕ ਗਲਤ ਸਟੈਪ ਕਈ ਵਾਰੀ ਤੁਹਾਨੂੰ ਵੱਡੇ ਇਮਤਿਹਾਨਾਂ 'ਚ ਪਾ ਦਿੰਦਾ। ਬਿਲਕੁਲ। ਇਹੀ ਪਾਰਟੀ ਜਿਹੜੀ ਪਾਰਟੀ ਦੀ ਸੰਭਾਵਨਾ ਬਣ ਰਹੀ ਸੀ ਕਿ 4 ਧਿਰੀ ਮੁਕਾਬਲੇ 'ਚ ਸ਼ਾਇਦ ਸ਼ਹਿਰੀ ਵੋਟ ਤੇ ਸਭ ਤੋਂ ਵੱਧ ਅਸਰਅੰਦਾਜ਼ ਹੋਵੇ, 2022 ਦੇ ਵਿੱਚ ਇੱਕ ਵੱਡਾ ਤਵਾਜ਼ਨ ਆਪਣੇ ਹੱਥ 'ਚ ਲੈ ਜੇ, ਅੱਜ ਉਹਦੇ ਲਈ ਸੰਕਟ ਆ ਕਿ ਉਹ ਸਰਵਾਈਵਲ ਕਿਵੇਂ ਕਰੇ, ਉਹ ਸਰਵਾਈਵ ਕਿਵੇਂ ਕਰੇ। ਉਹਦੀ ਲੀਡਰਸ਼ਿਪ ਦੇ ਅੰਦਰ ਵੱਡੇ ਡਰ ਨੇ। ਲੇਕਿਨ ਜੇ ਇਹ ਲੀਡਰਸ਼ਿਪ ਸੁਹਿਰਦਤਾ ਨਾਲ ਆਪਣੀ ਸੈਂਟਰ ਵਾਲੀ ਲੀਡਰਸ਼ਿਪ ਨੂੰ ਸਮਝਾਉਂਦੀ ਕਿ ਪੰਜਾਬ ਦੇ ਜ਼ਮੀਨੀ ਹਾਲਾਤ ਕੀ ਆ, ਪੰਜਾਬ ਦੇ ਧਰਾਤਲ ਦੇ ਉੱਤੇ ਲੋਕਾਂ ਦੀਆਂ ਕਿਹੋ ਜੀਆਂ ਮੁਸ਼ਕਲਾਂ ਨੇ, ਤੇ ਸ਼ਾਇਦ ਕਿਸਾਨਾਂ ਦਾ ਜਿਹੜਾ ਇਹ ਮਹੀਨਿਆਂ ਦਾ ਉੱਥੇ ਡੇਰਾ ਹੈ, ਇਹ ਡਾਂਗ ਤੇ ਹੀ ਡੇਰਾ, ਇਹ ਸ਼ਾਇਦ ਨਾ ਹੁੰਦਾ ਅੱਜ ਦੇਸ਼ ਦੀ ਖੜਕ ਹੋ ਜਾ ਪੰਜਾਬ ਇੰਨੀ ਮਾੜੀ ਸਥਿਤੀ ਚ ਨਾ ਹੁੰਦੀ। ਜੇ ਇਹ ਲੀਡਰ ਸਮਝਾਉਣ ਦੇ ਸਮਰੱਥ ਹੁੰਦੀ ਜਾਂ ਇੰਨੀ ਸੋਝੀ ਰੱਖਦੀ ਤੇ ਉੱਪਰ ਵਾਲੇ ਸਮਝਣ ਦੀ ਕੋਸ਼ਿਸ਼ ਕਰਦੇ, ਡੈਫੀਨਿਟਲੀ ਫਿਰ ਨਾ ਉੱਥੇ ਡੇਰਾ ਲੱਗਦਾ ਤੇ ਨਾ ਇੱਥੇ ਜਿਹੜੇ ਆ ਹਾਲਾਤ ਨੇ ਬਣਦੇ। ਇੱਕ ਬੜਾ ਵੱਡਾ ਸਵਾਲ ਹੈ ਕਿ ਕਈ ਵਾਰੀ ਅਸੀਂ ਜਜ਼ਬਾਤੀ ਹੋ ਕੇ ਆਪਣੇ ਤਰ੍ਹਾਂ ਦੀ ਸੋਚ ਦੇ ਭਵ ਸਾਗਰ 'ਚ ਉਲਝ ਜਾਂਦੇ ਆ ਔਰ ਕਈ ਵਾਰੀ ਵੱਡੇ ਨੁਕਸਾਨ ਵੀ ਹੋ ਜਾਂਦੇ। ਪੰਜਾਬ ਆਰਥਿਕ ਪੱਖੋਂ ਪਹਿਲਾਂ ਵੀ ਕਰਜ਼ਾਈ ਸੀ, ਬਹੁਤ ਵੱਡੇ ਸੰਕਟ 'ਚ ਸੀ ਅਸੀਂ, ਲੇਕਿਨ ਹੁਣ ਫਿਰ ਇੱਕ ਵਾਰੀ ਔਜੜੇ ਆ। ਮੈਨੂੰ ਲੱਗਦਾ ਹੈ ਕਿ ਜਿੰਨਾ ਇਸ ਅੰਦੋਲਨ ਨੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ, ਅਜੇ ਤਾਂ ਸਾਨੂੰ ਸਮਝ ਨਹੀਂ ਆ ਰਿਹਾ, ਲੇਕਿਨ ਆਉਂਦੇ ਦਿਨ ਹੀ ਸਾਨੂੰ ਜਦੋਂ ਤਸਵੀਰਾਂ ਸਾਹਮਣੇ ਦੇਖਣ ਨੂੰ ਮਿਲਣਗੀਆਂ ਕਿ ਕਿਵੇਂ ਅਸੀਂ ਆਪਣਾ ਨੁਕਸਾਨ ਹੁੰਦਿਆਂ ਅੱਖੀਂ ਵੇਖਦੇ ਰਹੇ, ਤੇ ਉਹ ਅੰਕੜੇ ਬੜੇ ਤਕਲੀਫ ਦੇ ਹੋਣਗੇ। ਕਾਰਪੋਰੇਟਸ ਨੇ ਪੰਜਾਬ ਵੱਲ ਬਹੁਤ ਜ਼ਿਆਦਾ ਮੂੰਹ ਨਹੀਂ ਕਰਨਾ ਅਗਲੇ ਸਮੇਂ 'ਚ, ਜਿਸ ਤਰ੍ਹਾਂ ਦੇ ਅੰਦੋਲਨ ਦਾ ਸਾਹਮਣਾ ਕਰਨਾ ਪਿਆ। ਇਨਵੈਸਟਮੈਂਟ ਵਾਲਿਆਂ ਨੇ ਮੂੰਹ ਨਹੀਂ ਕਰਨਾ। ਔਰ ਇਹ ਗੱਲ ਪੱਕੀ ਆ ਕਿ ਕੇਂਦਰ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨਾਲ ਨਾਰਾਜ਼ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਇਮੇਜ ਖਰਾਬ ਹੁੰਦੀ ਨਜ਼ਰ ਆਈ ਹੈ, ਉਹ ਵੀ ਇੱਕ ਬੜਾ ਵੱਡਾ ਸੰਕਟ ਹੈ ਕਿ ਆਉਂਦੇ ਸਮੇਂ 'ਚ ਸ਼ਾਇਦ ਕੇਂਦਰ ਵੱਲੋਂ ਉਸ ਤਰੀਕੇ ਦੀ ਮਦਦ ਪੰਜਾਬ ਨੂੰ ਨਾ ਮਿਲੇ। ਇਹ ਵੀ ਸਭ ਫੇਸ ਕਰਨਾ ਪਊਗਾ। ਹਾਲਾਂਕਿ ਪੰਜਾਬ ਨੇ ਆਪਣੀ ਇੱਜ਼ਤ ਦੀ, ਆਬਰੂ ਦੀ ਲੜਾਈ ਲੜੀ ਹੈ। ਪੰਜਾਬ ਖੇਤਾਂ 'ਚ ਵੱਸਦਾ ਹੈ, ਪੰਜਾਬ ਐਗਰੀਕਲਚਰ ਦੇ ਸਿਰ ਤੇ ਜੀਂਦਾ ਹੈ, ਸਾਡੀ ਆਰਥਿਕਤਾ ਐਗਰੀਕਲਚਰ ਤੋਂ ਹੀ ਸਿਹਦਤ ਆ। ਸੋ ਸਾਡੀ ਤਾਂ ਇਹ ਅਣਸਰ ਦੀ ਲੋੜ ਸੀ ਕਿ ਇਸ ਸੰਘਰਸ਼ ਦੇ ਵਿੱਚ ਅੱਗੇ ਤੁਰਨਾ ਹੀ ਪੈਣਾ ਸੀ। ਪਰ ਇਹਦੇ ਜਿਹੜੇ ਸਿੱਟੇ ਆ ਉਹ ਬਹੁਤ ਫਰੂਟਫੁਲ ਨਹੀਂ ਹੋਣਗੇ। ਅਸੀਂ ਆਪਣੇ ਅਕਸ ਨੂੰ, ਆਪਣੇ ਸਿਧਾਂਤਕ ਰਵਾਇਤਾਂ ਨੂੰ ਤਾਂ ਬਚਾਉਂਦੇ ਆ, ਉਹਦੇ ਨਜ਼ਰੀਏ ਹੀ ਅੱਗੇ ਤੁਰਦੇ ਆ, ਲੇਕਿਨ ਉਹਦੇ ਨਾਲ ਆਉਣ ਵਾਲੇ ਨੁਕਸਾਨ ਜਿਵੇਂ ਅਸੀਂ ਸਦੀਆਂ ਤੋਂ ਝੇਲਦੇ ਆਏ, ਇਸ ਵਾਰੀ ਵੀ ਝੇਲਣੇ ਪੈਣਗੇ। ਪੰਜਾਬੀਆਂ ਨੂੰ ਆਪੇ ਹੀ ਕੋਈ ਆਊਟਪੁੱਟ ਕਰਨੇ ਪੈਣਗੇ। ਜਿਹੜੀਆਂ ਸਾਡੀਆਂ ਲੋਕਲ ਸਰਕਾਰਾਂ ਨੇ, ਪੰਜਾਬ ਦੀਆਂ ਗਵਰਨਮੈਂਟ ਜਿਹੜੀਆਂ ਅਗਲੇ ਸਮੇਂ 'ਚ ਆਉਣ ਵਾਲੀਆਂ, ਉਹਨਾਂ ਨੂੰ ਆਪਣੇ ਸਾਧਨ ਆਪ ਜਨਰੇਟ ਕਰਨੇ ਪੈਣਗੇ। ਲੇਕਿਨ ਸਵਾਲ ਇਹ ਹੈ ਕਿ ਵਿਜ਼ਨਰੀ ਲੀਡਰਸ਼ਿਪ ਲੱਭਦੀ ਨਹੀਂ। ਜੇਕਰ ਉਹੀ ਰਵਾਇਤੀ ਲੀਡਰਸ਼ਿਪ ਘੁੰਮਾ ਕੇ ਆਉਂਦੀ ਰਹੀ, ਫਿਰ ਔਖਾ ਹੋਊਗਾ ਕਿ ਉਹ ਪੁਰਾਣੇ ਕਰਜ਼ੇ ਨੂੰ ਤਾਂ ਲਾਊ ਕਿਵੇਂ, ਲੇਕਿਨ ਨਵੇਂ ਜੇਕਰ ਰਿਆਇਤਾਂ ਹੀ ਦੇਣੀਆਂ ਨੇ, ਜੇਕਰ ਅਸੀਂ ਬਿਜਲੀ ਪਾਣੀ ਵੀ ਫ੍ਰੀ ਦੇਣਾ ਹੈ, ਅਸੀਂ ਟੈਕਸ ਵੀ ਨਵੇਂ ਨਹੀਂ ਲਾਉਣੇ, ਪੰਜਾਬ ਕਿਵੇਂ ਸਰਵਾਈਵ ਕਰੂਗਾ? ਇਹ ਵੱਡਾ ਸਵਾਲ ਹੋਊਗਾ। ਹੋ ਸਕਦਾ ਅਰਥ ਸ਼ਾਸਤਰੀ ਕੋਈ ਨਵੇਂ ਰਾਹ ਰਸਤੇ ਦੇਣ, ਲੇਕਿਨ ਅਜੋਕੇ ਸਮੇਂ ਦੇ ਵਿੱਚ ਸ਼ਾਇਦ ਕੋਈ ਰਾਹ ਨਿਕਲਦਾ ਨਜ਼ਰ ਨਹੀਂ ਆਉਂਦਾ। ਲੇਕਿਨ ਹੁਣ ਤੱਕ ਦੀ ਤਸਵੀਰ ਜਿਹੜੀ ਇਹੀ ਹੈ ਕਿ ਗੱਲਬਾਤ ਅੱਗੇ ਵਧਣ ਦੀ ਸੰਭਾਵਨਾ ਬਣ ਰਹੀ ਹੈ। ਰਾਜੇਵਾਲ ਨੂੰ ਇੱਕ ਵਾਰੀ ਫਿਰ ਸਾਰੀਆਂ ਧਿਰਾਂ ਨੇ ਆਪਣਾ ਵੱਡਾ ਲੀਡਰ ਮੰਨਿਆ ਹੋਇਆ। ਜਿਹੜੀਆਂ 31 ਜਥੇਬੰਦੀਆਂ, ਉਹਨਾਂ ਨੂੰ ਇੱਕ ਵਾਰੀ ਫਿਰ ਲੀਡ ਮਿਲੀ ਆ, ਲੇਕਿਨ ਨਾਲ ਦੀ ਨਾਲ ਜਿਹੜਾ ਦੂਜਾ ਗਾਜੀਪੁਰ ਵਾਲਾ ਬਾਰਡਰ ਹੈ, ਉਹਦੇ ਤੇ ਪੋਲੀਟੀਸ਼ੀਅਨਸ ਨੂੰ ਰਾਹ ਮਿਲ ਗਿਆ, ਰਸਤੇ ਮਿਲ ਗਿਆ। ਉਹ ਵੀ ਆਪਣਾ ਝੱਸ ਪੂਰਾ ਕਰ ਰਹੇ ਫੋਟੋਆਂ ਲਵਾ ਕੇ। ਤੁਸੀਂ ਸਾਰੇ ਸੰਘਰਸ਼ ਵਿੱਚ ਹੋ, ਤੁਸੀਂ ਸਾਰੇ ਜਿਹੜੇ ਆਪਣੇ ਪੈਸੇ ਵੀ ਖਰਚ ਰਹੇ ਹੋ, ਆਪਣੇ ਰਿਸ਼ਤੇਦਾਰ, ਸੱਜਣ ਮਿੱਤਰ ਹੱਦਾਂ ਸਰਹੱਦਾਂ ਤੋਂ ਪਾਰ ਆ, ਉਹ ਵੀ ਇਹਦੇ 'ਚ ਸ਼ਾਮਿਲ ਕਰਕੇ ਬੈਠੇ ਹੋ। ਬਹੁਤ ਸਾਰੇ ਲੋਕ ਆਪਣੇ ਜੀਆਂ ਨੂੰ ਲੱਭਦੇ ਤਲਾਸ਼ ਤੇ ਫਿਰਦੇ ਆ, ਲੇਕਿਨ ਹੌਸਲੇ ਬਣਾਈ ਰੱਖਿਓ। ਜ਼ਿੰਦਗੀ ਦੇ ਰੱਥ ਰੁਕਦੇ ਨਹੀਂ, ਇਹ ਜ਼ਿੰਦਗੀ ਤੁਰਦੀ ਰਹਿੰਦੀ ਆ। ਉਹ ਕੀ ਕਹਿੰਦੇ ਹੁੰਦੇ ਆ, ਸ਼ੋ ਮਸਟ ਗੋ ਔਨ, ਸ਼ੋ ਮਸਟ ਗੋ ਔਨ। ਲੇਕਿਨ ਇਹ ਵੀ ਫੈਸਲਾ ਹੁਣ ਆਉਣ ਵਾਲੇ ਦਿਨਾਂ 'ਚ ਹੋ ਜਾਏਗਾ ਵੀ ਜਿਹੜੀਆਂ ਸਿੰਘੂ ਬਾਰਡਰ ਤੇ ਕੰਧਾਂ ਉਸਰ ਰਹੀਆਂ ਨੇ, ਉਹ ਹੋਰ ਮਜ਼ਬੂਤ ਹੋ ਜਾਣਗੀਆਂ ਜਾਂ ਢਹਿ, ਕਿਉਂਕਿ ਬਰਲਿਨ ਦੀ ਦੀਵਾਰ ਜਿਹੜੀ ਸੀ ਉਹ ਸਭ ਤੋਂ ਮਜ਼ਬੂਤ ਦੀਵਾਰ ਸੀ, ਲੇਕਿਨ ਲੋਕਾਂ ਨੇ ਆਪਣੇ ਹੱਥੀਂ ਢਾਹ ਲਈ ਸੀ ਜੀ। ਤੇ ਹੁਣ ਮੌਕਾ ਆ, ਇਹ ਆ ਦੋ ਸਿਆਸਤਦਾਨਾਂ ਦੇ ਹੱਥ 'ਚ ਆ ਵੀ ਚੰਗਾ ਹੋਵੇ ਸਿਆਸਤਦਾਨ ਕਹਿ ਦੇਣ ਕਿ ਭਾਈ ਲੋਕੋ ਤੁਸੀਂ ਆਪ ਹੀ ਢਾਹ ਲਓ, ਅਸੀਂ ਤੁਹਾਡੇ ਢਾਹ ਨਹੀਂ ਢੱਠਦੇ ਤੇ ਤੁਸੀਂ ਸਾਡੇ ਢਾਹ ਨਹੀਂ ਢੱਠਣ ਵਾਲੇ। ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ, ਉਹਨਾਂ ਦੇ ਲੀਡਰ ਸਾਹਿਬਾਨ ਨੂੰ, ਹਾਲਾਂਕਿ ਸਾਡੀ ਕੀ ਹੈਸੀਅਤ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਕੁਛ, ਜਾਂ ਸਾਡੀ ਸੁਣਦੇ ਵੀ ਹੈ ਕਿ ਨਹੀਂ ਸੁਣਦੇ, ਲੇਕਿਨ ਫਿਰ ਵੀ ਇੱਕ ਗੱਲ ਤਾਂ ਜ਼ਰੂਰ ਆ ਕਿ ਨੈਗੋਸੀਏਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਜਿੱਥੇ ਲੱਗਦਾ ਹੈ ਕਿ ਕਿਸਾਨ ਅੜੀ ਤੇ ਨੇ, ਉਹਨਾਂ ਨੂੰ ਇੱਕ ਕਦਮ ਪਿਛਾਂਹ ਆਉਣਾ ਚਾਹੀਦਾ ਤੇ ਗਵਰਨਮੈਂਟ ਨੂੰ 4 ਕਦਮ ਅੱਗੇ ਆਉਣਾ ਚਾਹੀਦਾ। ਲੇਕਿਨ ਬੁਰਾ ਨਹੀਂ ਹੁੰਦਾ ਜੇ ਪ੍ਰਭਾਵਸ਼ਾਲੀ ਵਿੱਚ ਪਾ ਲਏ ਜਾਣ, ਪ੍ਰਭਾਵਸ਼ਾਲੀ ਲੋਕ ਵਿੱਚ ਪਾ ਲੈ ਜਾਣ, ਤਾਂ ਕਿ ਜਦੋਂ ਗੱਲ ਅੜਨ ਲੱਗੇ ਉਹ ਜਿਵੇਂ
ਪੰਚਾਇਤ ਦੇ ਵਿੱਚ ਨਹੀਂ ਹੁੰਦਾ, ਦੂਜਾ ਦੂਜੇ ਨੂੰ ਬਾਹੋਂ ਫੜ ਕੇ ਪਾਸੇ ਲੈ ਜਾਂਦਾ, ਦੂਜਾ ਬਿਲਕੁਲ, ਦੂਜੇ ਨੂੰ ਲੈ ਬਿਲਕੁਲ, ਜਾਂਦਾ। ਹੌਲੀ ਹੌਲੀ ਕਰਦਿਆਂ ਕੋਈ ਸਰਬਸਹਿਮਤੀ ਵਾਲਾ ਹੱਲ ਨਿਕਲ ਆਉਂਦਾ ਹੈ। ਪੰਜਾਬ ਦੇ ਲੋਕ, ਦੇਸ਼ ਦੇ ਲੋਕ, ਦੇਸ਼ ਦੇ ਕਿਸਾਨ ਔਰ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬ ਨਾਲ ਸੰਬੰਧਿਤ, ਕਿਸਾਨੀ ਨਾਲ ਸੰਬੰਧਿਤ ਲੋਕ ਰਾਹਤ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਹੁਣ ਇਸ ਲੜਾਈ, ਜਿਹੜੀ ਲੜਾਈ ਬਹੁਤ ਲੰਬੀ ਚੱਲ ਗਈ ਹੈ, ਬਹੁਤ ਸਰਦ ਰਾਤਾਂ ਝੇਲ ਚੁੱਕੀ ਹੈ, ਇਹਦੇ ਤੋਂ ਨਿਜਾਤ ਮਿਲੇ, ਲੋਕ ਆਪਣੇ ਘਰਾਂ ਨੂੰ ਸੁਖੀ ਸਾਂਦੀ ਪਹੁੰਚਣ ਔਰ ਆਪਣੇ ਕੰਮਾਂ ਕਾਜਾਂ ਦੇ ਵਿੱਚ ਵਾਪਸ ਪਰਤ ਜਾਣ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।